ਹੈਲੋ ਫਰੈਂਡਸ, ਵੈਲਕਮ ਟੂ ਪਨੇਸ਼ੀਆ। ਸੋ ਆਈ ਹੋਪ ਤੁਸੀਂ ਸਾਰੇ ਫਿੱਟ ਹੋਵੋਗੇ, ਹੈਲਦੀ ਹੋਵੋਗੇ ਤੇ ਐਗਜ਼ਾਮ ਦੀ ਵਧੀਆ ਤਿਆਰੀ ਕਰ ਰਹੇ ਹੋਵੋਗੇ। ਸੋ ਦੇਖੋ, ਜਿਵੇਂ ਆਪਾਂ ਪੰਜਾਬ ਦੇ ਇਤਿਹਾਸ ਨੂੰ ਇੱਕ ਪੂਰੇ ਪ੍ਰੋਪਰ ਵੇ ਦੇ ਨਾਲ ਸਮਝਿਆ ਹਲੇ ਤੱਕ, ਇਹਨਾਂ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਸਟਾਰਟਿੰਗ ਇੱਕ ਫੇਸਿਸ ਵਾਈਜ਼ ਪੰਜਾਬ ਨੂੰ ਸਮਝਿਆ ਸੀ, ਫਿਰ ਲੇਟਰ ਔਨ ਸਿੱਖ ਹਿਸਟਰੀ ਨੂੰ ਸਮਝਿਆ, ਗੁਰੂ ਸਾਹਿਬਾਨ ਨੂੰ ਸਮਝਿਆ, ਫਿਰ ਉਸ ਤੋਂ ਬਾਅਦ ਲਾਸਟ ਲੈਕਚਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸਮਝਿਆ ਸੀ। ਹੁਣ ਅੱਜ ਦਾ ਜੋ ਆਪਣਾ ਟੌਪਿਕ ਹੈ ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਇੰਟਰਸਟਿੰਗ ਹੈ। ਸੋ ਦੇਖੋ, ਅੱਜ ਦੀ ਆਪਾਂ ਕਲਾਸ ਦੇ ਵਿੱਚ महाराजा रणजीत सिंह जी के बारे पढ़ांगे, जो कि अपने आप च बहुत ही एक इंपॉर्टेंट इतिहास लेके बैठे ने। बहुत ही इंपॉर्टेंट टॉपिक अज का। सो अज की क्लास मेनली महाराजा रणजीत सिंह जी के उत्ते होगी। जिवें आपां लास्ट क्लास दे विच 12 मिसलों के बारे पढ़िया सी ते उत्थे तक आपां सिलेबस कंप्लीट कर लिया सी। सो अज का अपना टॉपिक जो होगा वो 12 मिसलों चों एक मिसल सीगी शुक्र चक्कियां मिसल। ਉਹ ਮਿਸਲ ਦੇ ਬਾਰੇ ਅੱਜ ਆਪਾਂ ਪੜਾਂਗੇ। ਉਹੀ ਮਿਸਲ ਦੇ ਵਿੱਚ ਆਉਂਦੇ ਨੇ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੇ ਬਾਰੇ ਅੱਜ ਦੀ ਕਲਾਸ 'ਚ ਆਪਾਂ ਪੜਾਂਗੇ। ਸੋ ਸਭ ਤੋਂ ਪਹਿਲਾਂ ਦੇਖੋ ਸ਼ੁਕਰ ਚੱਕੀਆ ਮਿਸਲ। ਸੋ ਦੇਖੋ, ਜੋ ਸ਼ੁਕਰ ਚੱਕੀਆ ਮਿਸਲ ਸੀ, ਇਹਨਾਂ ਦੇ ਜੋ ਫਾਊਂਡਰ ਸੀਗੇ ਉਹ ਸੀਗੇ ਚੜਤ ਸਿੰਘ। ਫਿਰ ਉਸ ਤੋਂ ਬਾਅਦ ਸ਼ੁਕਰ ਚੱਕੀਆ ਮਿਸਲ ਦਾ ਜੋ ਰੀਜਨ ਸੀਗਾ ਇਹ ਸਪੈਸ਼ਲੀ ਲਾਹੌਰ ਗੁਜਰਾਂਵਾਲਾ ਵਾਲੀ ਸਾਈਡ ਦੇ ਵਿੱਚ ਮੰਨਿਆ ਗਿਆ। ਹੁਣ ਇੱਥੇ ਇੰਪੋਰਟੈਂਟ ਚੀਜ਼ ਆਉਂਦੀ ਹੈ ਕਿ ਜੋ ਮਹਾਰਾਜਾ ਰਣਜੀਤ ਸਿੰਘ ਸੀਗੇ ਕਿਹੜੀ ਟਰਾਈਬ ਤੋਂ ਸੀਗੇ। ਹੁਣ ਦੇਖੋ, ਆਪਾਂ ਮਿਸਲ ਤਾਂ ਸਮਝ ਗਏ ਸ਼ੁਕਰ ਚੱਕੀਆ ਮਿਸਲ ਸੀਗੀ। ਹੁਣ ਇਸ ਤੋਂ ਬਾਅਦ ਇੱਥੇ ਇੱਕ ਨਾ ਕਨਫਿਊਜ਼ਨ ਜੀ ਆ ਜਾਂਦੀ ਹੈ। ਕਈ ਲੋਕ ਕਹਿੰਦੇ ਆ ਸਿੰਧ ਵਾਲੀਆ ਕਲਾਨ ਤੋਂ ਨੇ ਤੇ ਕਈ ਕਹਿੰਦੇ ਨੇ ਸਾਂਸੀ ਟਰਾਈਬ ਤੋਂ ਨੇ। ਸੋ ਇਹ ਚੀਜ਼ ਸਾਨੂੰ ਸਮਝਣੀ ਪਏਗੀ। ਜੇ ਸਾਂਸੀ, ਤੁਸੀਂ ਦੇਖੋ ਸੁਣਿਆ ਹੋਊਗਾ ਰਾਜਾ ਸਾਂਸੀ 에ਅਰਪੋਰਟ, ਠੀਕ ਹੈ। ਰਾਜਾ ਸਾਂਸੀ ਇੰਟਰਨੈਸ਼ਨਲ 에ਅਰਪੋਰਟ ਕਿੱਥੇ ਹੈ? ਅੰਮ੍ਰਿਤਸਰ ਦੇ ਵਿੱਚ, ਜਿਨ੍ਹਾਂ ਦਾ ਨਾਮ ਲੇਟਰ ਔਨ ਚੇਂਜ ਕੀਤਾ, ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਰੱਖਿਆ ਗਿਆ। ਹੁਣ ਦੇਖੋ, ਸਾਂਸੀ ਟਰਾਈਬ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ। ਕੁਝ ਸੋਰਸਿਸ 'ਚ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਤੇ ਕੁਝ ਸੋਰਸਿਸ ਦੇ ਵਿੱਚ ਇਹ ਵੀ ਦੱਸਿਆ ਜਾਂਦਾ ਹੈ ਕਿ ਜੋ ਮਹਾਰਾਜਾ ਰਣਜੀਤ ਸਿੰਘ ਸੀਗੇ ਇਹ ਜੱਟ ਗੋਤਰ ਦੇ ਸੀਗੇ, ਜੋ ਕਿ ਇਹਨਾਂ ਦਾ ਕਲਾਨ ਸੀਗਾ ਸਿੰਧੂਵਾਲੀਆ, ਠੀਕ ਹੈ। ਸੋ ਅਲੱਗ-ਅਲੱਗ ਸੋਰਸਿਸ ਦੇ ਵਿੱਚ ਇਹ ਅਲੱਗ-ਅਲੱਗ ਲਿਖਿਆ ਹੁੰਦਾ ਹੈ। ਲੇਕਿਨ ਆਪਾਂ ਐਗਜ਼ਾਮ ਪਰਸਪੈਕਟਿਵ ਦੇਖਣਾ ਹੈ, ਜ਼ਿਆਦਾਤਰ ਤੁਹਾਨੂੰ ਐਗਜ਼ਾਮ ਦੇ ਵਿੱਚ ਸਿੰਧੂਵਾਲੀਆ ਹੀ ਆਪਸ਼ਨ ਦੇਖਣ ਨੂੰ ਮਿਲੇਗਾ, ਠੀਕ ਹੈ। ਸੋ ਇਹ ਜੋ ਕੰਟਰਾਡਿਕਟਰੀ ਸਟੇਟਮੈਂਟਸ ਹੁੰਦੀਆਂ ਉਹ ਮੈਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਦਿਆ ਕਰਾਂਗਾ, ਸੋ ਦੈਟ ਐਗਜ਼ਾਮ ਦੇ ਵਿੱਚ ਤੁਸੀਂ ਕਿਤੇ ਵੀ ਕਨਫਿਊਜ਼ ਨਾ ਹੋ ਪਾਓ। ਅੱਗੇ ਹੁਣ ਆਪਾਂ ਪੜ੍ਹਨਾ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਜਨਮ ਹੋਇਆ, ਪਹਿਲਾਂ ਮਿਸਲ ਦਾ ਆਪਾਂ ਕਲੀਅਰ ਹੈ, ਮਿਸਲ ਹੈ। ਸੋ ਆਪਾਂ ਇਹਨੂੰ ਇੱਕ ਸਟੈਪ ਬਾਈ ਸਟੈਪ ਕਰਾਂਗੇ। ਸੋ ਸਭ ਤੋਂ ਪਹਿਲਾਂ ਦੇਖੋ, ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਕਲੀਅਰ, ਸ਼ੁਕਰ ਚੱਕੀਆ ਮਿਸਲ। ਜੋ ਇਹਨਾਂ ਦੀ ਡਾਇਨੈਸਟੀ ਸੀਗੀ ਜਾਂ ਟਰਾਈਬ ਸੀਗੀ ਉਹ ਚੱਲ ਰਹੀ ਸੀ ਸਿੰਧਵਾਲੀਆ ਜਾਂ ਫਿਰ ਕਈ ਸੋਰਸਿਸ ਵਿੱਚ ਸਾਂਸੀ ਹੈ। ਐਗਜ਼ਾਮ ਦੇ ਵਿੱਚ ਸਿੰਧਵਾਲੀਆ ਹੀ ਤੁਹਾਨੂੰ ਆਪਸ਼ਨ 'ਚ ਦੇਖਣ ਨੂੰ ਮਿਲੇਗਾ। ਸੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ 13 ਨਵੰਬਰ 1780 ਦੇ ਵਿੱਚ ਹੋਇਆ, ਪਾਕਿਸਤਾਨ ਦੇ ਵਿੱਚ ਗੁਜਰਾਂਵਾਲਾ ਸ਼ਹਿਰ। ਸੋ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ। ਸੋ ਇਹਨਾਂ ਦਾ ਜੋ ਜਨਮ ਹੋਇਆ, ਮਾਤਾ ਪਿਤਾ ਦਾ ਨਾਮ ਵੀ ਤੁਹਾਨੂੰ ਯਾਦ ਰੱਖਣਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਪਿਤਾ ਦਾ ਨਾਮ ਸਰਦਾਰ ਮਹਾ ਸਿੰਘ ਸੀਗਾ ਤੇ ਮਾਤਾ ਦਾ ਨਾਮ ਮਹਾਰਾਣੀ ਰਾਜ ਕੌਰ, ਠੀਕ ਹੈ। ਸੋ ਮਾਤਾ ਪਿਤਾ ਦਾ ਨਾਮ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ 'ਚ ਨਾਮ ਰੱਖਿਆ ਗਿਆ ਸੀ ਬੁੱਧ ਸਿੰਘ। ਦੇਖੋ, ਆ ਵੀ ਪੇਪਰ 'ਚ ਕੁਐਸਚਨ ਆਇਆ ਹੋਇਆ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦਾ ਬਚਪਨ ਦਾ ਨਾਮ ਕੀ ਸੀ। ਸੋ ਮਹਾਰਾਜਾ ਰਣਜੀਤ ਸਿੰਘ ਜੀ ਦਾ ਬਚਪਨ ਦਾ ਨਾਮ ਬੁੱਧ ਸਿੰਘ ਸੀਗਾ। ਸੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੋ ਪਿਤਾ ਸੀ ਸਰਦਾਰ ਮਹਾ ਸਿੰਘ, ਸੋ ਇਹ ਵੀ ਬੈਟਲਸ 'ਚ ਜਦ ਜਾਂਦੇ ਸਨ। ਸੋ ਉਹਨਾਂ ਦਿਨਾਂ ਦੀ ਗੱਲ ਹੈ ਜਦ ਸਰਦਾਰ ਮਹਾ ਸਿੰਘ ਨੇ ਪੀਰ ਮੁਹੰਮਦ ਨੂੰ ਹਰਾਇਆ ਸੀ। ਸੋ ਉਸ ਦੀ ਵਿਕਟਰੀ ਦੇ ਉੱਤੇ ਸਰਦਾਰ ਮਹਾ ਸਿੰਘ ਨੇ ਬੁੱਧ ਸਿੰਘ ਦਾ ਨਾਮ ਬਦਲ ਕੇ ਕੀ ਰੱਖਿਆ ਸੀ? ਰਣਜੀਤ। ਸੋ ਰਣ 'ਚ ਜਿੱਤਣ ਵਾਲਾ, ਰਣਜੀਤ। ਸੋ ਇੱਥੇ ਇਹਨਾਂ ਦਾ ਨਾਮ ਰੱਖਿਆ ਗਿਆ ਸੀ ਰਣਜੀਤ ਸਿੰਘ। ਪਹਿਲਾ ਨਾਮ ਕੀ ਸੀ? ਬੁੱਧ ਸਿੰਘ। ਸੋ ਪੀਰ ਮੁਹੰਮਦ ਨੂੰ ਜਦ ਸਰਦਾਰ ਮਹਾ ਸਿੰਘ ਨੇ ਹਰਾਇਆ ਸੀ, ਫਿਰ ਉਸ ਤੋਂ ਬਾਅਦ ਰਣਜੀਤ ਸਿੰਘ ਨਾਮ ਪਿਆ ਸੀ। ਹੁਣ ਇੱਥੇ ਦੇਖੋ, ਮਹਾਰਾਜਾ ਰਣਜੀਤ ਸਿੰਘ ਜਦ 12 ਸਾਲ ਦੀ ਉਮਰ ਦੇ ਸਨ ਤਦ ਇਹਨਾਂ ਦੇ ਪਿਤਾ ਦੀ ਡੈਥ ਹੋ ਗਈ ਸੀ। ਸੋ ਸਰਦਾਰ ਮਹਾ ਸਿੰਘ ਜੀ ਦੀ ਜਦ ਡੈਥ ਹੋ ਗਈ, ਫਿਰ ਉਸ ਤੋਂ ਬਾਅਦ ਇਹ ਸ਼ੁਕਰ ਚੱਕੀਆ ਮਿਸਲ ਨੂੰ ਬਹੁਤ ਹੀ ਜਲਦੀ ਇਹ ਸੰਭਾਲਣਾ ਸ਼ੁਰੂ ਕਰ ਦਿੰਦੇ ਨੇ। ਲੇਕਿਨ ਹਲੇ ਇਹਨਾਂ ਦੀ ਉਮਰ ਬਹੁਤ ਘੱਟ ਸੀਗੀ, ਸੋ ਇਸ ਲਈ ਮਹਾਰਾਣੀ ਦਾ ਵੀ ਇੱਥੇ ਪੂਰਾ ਸਪੋਰਟ ਹੁੰਦਾ ਹੈ ਤੇ ਬਾਕੀ ਲਖਪਤ ਰਾਏ ਵੀ ਆਉਂਦੇ ਆ, ਉਹ ਵੀ ਇੱਥੇ ਪੂਰੀ ਸਪੋਰਟ ਕਰਦੇ ਨੇ। ਫਿਰ ਲੇਟਰ ਔਨ ਜਦ ਇਹਨਾਂ ਨੂੰ ਸੰਭਾਲਣ ਦਾ ਮੌਕਾ ਮਿਲਣਾ ਹੈ, ਕਿਉਂਕਿ ਇੱਥੇ ਅਫਗਾਨੀਆਂ ਦੇ ਹਮਲੇ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ ਆ, ਤੇ ਕੁਝ ਹੀ ਸਮੇਂ ਦੇ ਵਿੱਚ ਪਹਿਲਾਂ ਤਾਂ ਮਾਤਾ ਤੇ ਲਖਪਤ ਰਾਏ ਇਹਨਾਂ ਨੂੰ ਸਪੋਰਟ ਕਰਦੇ ਸਨ, ਲੇਕਿਨ ਕੁਝ ਹੀ ਸਮੇਂ ਦੇ ਵਿੱਚ ਜਦ ਪਤਾ ਲੱਗਦਾ ਹੈ ਕਿ ਸਰਦਾਰ ਮਹਾ ਸਿੰਘ ਨਹੀਂ ਹੈ, ਸੋ ਇਹਨਾਂ ਦੀ ਫੈਮਿਲੀ ਦੇ ਉੱਤੇ ਬਹੁਤ ਹਮਲੇ ਕੀਤੇ ਜਾਂਦੇ ਹੈ ਤੇ ਹਮਲਿਆਂ ਦੇ ਵਿੱਚ ਲਖਪਤ ਰਾਏ ਦੀ ਵੀ ਡੈਥ ਹੋ ਜਾਂਦੀ ਹੈ ਤੇ ਕੁਝ ਹੀ ਸਮੇਂ ਦੇ ਵਿੱਚ ਰਾਣੀ ਰਾਜਕੌਰ ਦੀ ਵੀ ਡੈਥ ਹੋ ਜਾਂਦੀ ਹੈ। ਹੁਣ ਅੱਗੇ ਦੇਖੋ ਕੀ ਹੈ, ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਵਿਆਹ 15 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਿਆ ਸੀ। ਸੋ ਦੇਖੋ, ਜੋ ਰਣਜੀਤ ਸਿੰਘ ਸੀਗੇ ਇਹਨਾਂ ਦਾ ਵਿਆਹ 15 ਸਾਲ ਦੀ ਉਮਰ ਦੇ ਵਿੱਚ ਹੀ ਹੋ ਗਿਆ ਸੀ। ਇਹਨਾਂ ਦਾ ਪਹਿਲਾ ਵਿਆਹ ਜੋ ਹੋਇਆ ਉਹ ਰਾਣੀ ਮਹਿਤਾਬ ਕੌਰ ਨਾਲ ਹੋਇਆ। ਜੋ ਰਾਣੀ ਮਹਿਤਾਬ ਕੌਰ ਸੀ, ਇਹਨਾਂ ਦੇ ਪਿਤਾ ਗੁਰਬਖਸ਼ ਸਿੰਘ ਤੇ ਮਾਤਾ ਰਾਣੀ ਸਦਾ ਕੌਰ ਸੀ।
ਹੁਣ ਦੇਖੋ ਇੱਥੇ ਸਾਨੂੰ ਪਹਿਲਾਂ ਇੱਕ ਚੀਜ਼ ਸਮਝਣੀ ਪਏਗੀ, ਜੋ ਰਣਜੀਤ ਸਿੰਘ ਸੀਗੇ ਸ਼ੁਕਰ ਚੱਕੀਆ ਮਿਸਲ ਤੋਂ ਸੀਗੇ, ਵੇਅਰ ਐਜ਼ ਇਹਨਾਂ ਦੀ ਜੋ ਵਾਈਫ ਪਹਿਲੀ ਵਾਈਫ ਜੋ ਬਣੂਗੇ ਮਹਿਤਾਬ ਕੌਰ, ਇਹ ਕਨਈਆ ਮਿਸਲ ਤੋਂ ਸੀਗੇ। ਸੋ ਕਨਈਆ ਮਿਸਲ ਵੀ ਆਪਾਂ ਲਾਸਟ ਲੈਕਚਰ 'ਚ ਤੁਹਾਨੂੰ ਮੈਂ ਦੱਸਿਆ ਸੀ, ਜ਼ਰੂਰ ਯਾਦ ਰੱਖਿਓ। ਸੋ ਕਨਈਆ ਮਿਸਲ ਦੇ ਜੋ ਮੇਨ ਲੀਡਰ ਸੀਗੇ ਜੈ ਸਿੰਘ ਕਨਈਆ, ਫਿਰ ਉਸ ਤੋਂ ਬਾਅਦ ਅੱਗੇ ਆਉਂਦੇ ਨੇ ਗੁਰਬਖਸ਼ ਸਿੰਘ ਕਨਈਆ। ਸੋ ਗੁਰਬਖਸ਼ ਸਿੰਘ ਕਨਈਆ ਤੇ ਮਹਾਰਾਣੀ ਸਦਾ ਕੌਰ, ਇਹਨਾਂ ਦੀ ਬੇਟੀ ਸੀਗੀ ਮਹਾਰਾਣੀ ਮਹਿਤਾਬ ਕੌਰ। ਸੋ ਮਹਾਰਾਣੀ ਮਹਿਤਾਬ ਕੌਰ ਦੇ ਨਾਲ ਰਣਜੀਤ ਸਿੰਘ ਜੀ ਦਾ ਵਿਆਹ ਹੋਇਆ ਸੀ 15 ਸਾਲ ਦੀ ਉਮਰ ਦੇ ਵਿੱਚ, ਤੇ ਦੋਨੋਂ ਮਿਸਲਾਂ ਇਕੱਠੀਆਂ ਹੁੰਦੀਆਂ ਨੇ। ਤੇ ਜਦ ਇਹਨਾਂ ਦੀ ਮਦਰ ਤੇ ਲਖਪਤ ਰਾਏ ਦੀ ਡੈਥ ਹੋ ਜਾਂਦੀ ਹੈ, ਫਿਰ ਮਹਾਰਾਣੀ ਸਦਾ ਕੌਰ ਹੀ ਸੀਗੇ ਜੋ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ, ਤੇ ਇਹਨਾਂ ਦੀ ਸਪੋਰਟ ਦੇ ਥਰੂ ਹੀ ਰਣਜੀਤ ਸਿੰਘ ਅੱਗੇ ਜਾ ਕੇ ਬਹੁਤ ਹੀ ਮਹਾਨ ਯੋਧੇ ਵੀ ਬਣ ਜਾਂਦੇ ਨੇ। ਸੋ ਦੇਖੋ ਰਣਜੀਤ ਸਿੰਘ ਬਚਪਨ ਦੇ ਵਿੱਚ ਹੀ ਸ਼ਸਤਰ ਵਿਦਿਆ ਦੇ ਗਿਆਨੀ ਸਨ, ਤੇ ਇਹਨਾਂ ਨੂੰ ਮਾਰਸ਼ਲ ਆਰਟਸ ਹੋਰ ਕਾਫੀ ਜ਼ਿਆਦਾ ਇਹਨਾਂ ਦੇ ਟੈਕਟ ਆਉਂਦੇ ਸਨ। ਈਵਨ ਦੋ ਇਹਨਾਂ ਨੂੰ ਪੜ੍ਹਾਈ ਦੇ ਵਿੱਚ ਇੰਨਾ ਜ਼ਿਆਦਾ ਗਿਆਨ ਨਹੀਂ ਸੀ, ਬਟ ਇਹਨਾਂ ਨੂੰ ਗੁਰਮੁਖੀ ਦੀ ਲਿਪੀ ਸਮਝ ਵਿੱਚ ਆਉਂਦੀ ਸੀ। ਫਿਰ ਉਸ ਤੋਂ ਬਾਅਦ ਦੇਖੋ ਇਹਨਾਂ ਨੂੰ ਬਚਪਨ ਦੇ ਵਿੱਚ ਸਮਾਲ ਪੌਕਸ ਹੋ ਜਾਂਦਾ ਹੈ, ਜਿਹਦੇ ਨਾਲ ਇਹਨਾਂ ਦੀ ਖੱਬੀ ਅੱਖ ਖਰਾਬ ਹੋ ਜਾਂਦੀ ਹੈ। ਸੋ ਇਹ ਵੀ ਪੁਆਇੰਟ ਤੁਸੀਂ ਯਾਦ ਰੱਖੋਗੇ। ਹੁਣ ਦੇਖੋ ਜਦ 18 ਸਾਲ ਦੀ ਉਮਰ 'ਚ ਲਖਪਤ ਰਾਏ ਵੀ ਚਲੇ ਗਏ, ਫਿਰ ਮਹਾਰਾਣੀ ਸਦਾ ਕੌਰ ਦੇ ਕਹਿਣ ਤੇ ਇਹ ਜਦ ਸ਼ੁਕਰ ਚੱਕੀਆ ਮਿਸਲ ਦੇ ਹੈੱਡ ਬਣ ਗਏ, ਹੁਣ ਇਹਨਾਂ ਦੇ ਕੰਧਿਆਂ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਨੇ, ਕਿਉਂਕਿ ਪੰਜਾਬ ਦੇ ਵਿੱਚ ਹਮਲੇ ਤਾਂ ਹੋ ਹੀ ਰਹੇ ਸੀਗੇ ਨਾਰਥ ਵੈਸਟ ਆਫ ਇੰਡੀਆ ਤੋਂ। ਹੁਣ ਇਹਨਾਂ ਹਮਲਿਆਂ ਦਾ ਟਾਕਰਾ ਕਰਨਾ ਹੈ, ਸੋ ਇਹਦੇ ਲਈ ਇਹਨਾਂ ਨੂੰ ਮੈਂਟਲੀ ਪ੍ਰਿਪੇਅਰ ਹੋਣਾ ਪਏਗਾ। ਸੋ ਇਹਨਾਂ ਨੇ ਹੁਣ ਹਮਲੇ ਵੀ ਕਰਨੇ ਹੈ, ਸਾਨੂੰ ਇਹਨਾਂ ਦੇ ਸਾਰੇ ਹਮਲੇ ਇੰਪੋਰਟੈਂਟ ਜਿੰਨੇ ਵੀ ਹਮਲੇ ਨੇ ਮੈਂ ਤੁਹਾਨੂੰ ਇੱਕ ਚਾਰਟ ਦੇ ਵਿੱਚ ਸਾਰੇ ਯਾਦ ਕਰਵਾ ਦਾਂਗਾ, ਦਿਖਾ ਰਿਹਾ। ਸੋ ਇਹਨਾਂ ਨੂੰ ਤੁਸੀਂ ਯਾਦ ਵੀ ਕਰਨਾ ਹੈ। ਸੋ ਸਭ ਤੋਂ ਪਹਿਲਾਂ ਦੇਖੋ 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੂੰ ਹੈੱਡ ਬਣਾਇਆ ਗਿਆ ਸ਼ੁਕਰ ਚੱਕੀਆ ਮਿਸਲ ਦੇ ਵਿੱਚ। 19 ਸਾਲ ਦੀ ਉਮਰ ਦੇ ਵਿੱਚ 1799 ਸਮਾਂ ਕੀ ਆ ਜਾਏਗਾ 1799, ਇਹਨਾਂ ਨੇ ਲਾਹੌਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਸੋ 19 ਸਾਲ ਦੀ ਉਮਰ ਦੇ ਵਿੱਚ ਹੀ ਇਹਨਾਂ ਨੇ ਲਾਹੌਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਸੋ ਦੇਖੋ ਇੱਕ ਅਫਗਾਨੀ ਕਿੰਗ ਸੀਗਾ ਸ਼ਾਹ ਜ਼ਾਮਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਗਵਰਨਰ ਡਿਕਲੇਅਰ ਕਰਤਾ ਸੀ ਸ਼ਹਿਰ ਦਾ, ਲਾਹੌਰ ਸ਼ਹਿਰ ਦਾ। ਸੋ 1801 ਦੇ ਵਿੱਚ ਹੀ ਰਣਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਮਹਾਰਾਜਾ ਡਿਕਲੇਅਰ ਕਰਤਾ ਲਾਹੌਰ ਦੇ ਵਿੱਚ। ਸੋ ਲਾਹੌਰ ਦੇ ਵਿੱਚ 12 ਅਪ੍ਰੈਲ 1801 ਦੇ ਵਿੱਚ ਰਣਜੀਤ ਸਿੰਘ ਨੂੰ ਹੁਣ ਕਹਿਣਾ ਸ਼ੁਰੂ ਕਰਾਂਗੇ ਆਪਾਂ ਮਹਾਰਾਜਾ ਰਣਜੀਤ ਸਿੰਘ। ਸੋ 1801 ਦੇ ਵਿੱਚ ਰਣਜੀਤ ਸਿੰਘ ਨੇ ਆਪਣੇ ਆਪ ਨੂੰ ਮਹਾਰਾਜਾ ਡਿਕਲੇਅਰ ਕਰਤਾ ਸੀ। ਸੋ ਇਦਾਂ ਹੀ 1802 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਆਪਣੇ ਕਬਜ਼ੇ 'ਚ ਲਿਆ ਫਰੋਮ ਭੰਗੀ ਸਰਦਾਰਸ, ਠੀਕ ਹੈ। ਸੋ ਭੰਗੀ ਮਿਸਲ ਵੀ ਆਪਾਂ ਪੜ੍ਹੀ ਸੀ। ਸੋ ਉਹਨਾਂ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਜੋ ਆਹ ਰੀਜਨ ਸੀ ਅੰਮ੍ਰਿਤਸਰ ਵਾਲਾ, ਉਹਨੂੰ ਆਪਣੇ ਅੰਡਰ ਕਰ ਲਿਆ ਤੇ ਕੈਪਚਰ ਕਰ ਲਿਆ ਸੀ। ਇਦਾਂ ਹੀ 1807 ਦੇ ਵਿੱਚ ਕਸੂਰ, 1809 ਦੇ ਵਿੱਚ ਕਾਂਗੜਾ। ਸੋ ਇਦਾਂ ਹੀ ਹੌਲੀ ਹੌਲੀ ਉਹਨਾਂ ਨੇ ਕਾਫੀ ਰੀਜਨ ਤੇ ਮਿਸਲਾਂ ਆਪਣੇ ਅੰਡਰ ਕਰ ਲੀਆਂ, ਤੇ ਸਾਰੀ ਮਿਸਲਾਂ ਨੂੰ ਕੰਬਾਈਨ ਕਰਕੇ ਉਹਨਾਂ ਨੇ ਖਾਲਸਾ ਰਾਜ ਖੜਾ ਕਰਤਾ, ਤੇ ਉਹ ਸਾਰਿਆਂ ਨੂੰ ਕੰਬਾਈਨ ਕਰਕੇ ਇੱਕ ਹੀ ਰੀਜਨ ਬਣਾਤਾ, ਤੇ ਹੁਣ ਉਹਨੂੰ ਆਪਾਂ ਕੀ ਕਹਿੰਦੇ ਆ ਖਾਲਸਾ ਐਮਪਾਇਰ, ਠੀਕ ਹੈ। ਸੋ ਇਦਾਂ ਮਹਾਰਾਜਾ ਰਣਜੀਤ ਸਿੰਘ ਹੌਲੀ ਹੌਲੀ ਕਾਫੀ ਰੀਜਨਸ ਨੂੰ, ਸੋ ਸਾਰੀਆਂ ਮਿਸਲਾਂ ਨੂੰ ਕੰਬਾਈਨ ਹੀ ਕਰ ਲਿਆ ਉਹਨਾਂ ਨੇ, ਆਪਣੇ ਅੰਡਰ ਹੀ ਰੱਖ ਲਿਆ ਸੀ। ਸੋ ਇਦਾਂ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਅੱਗੇ ਵੱਧਦੇ ਗਏ, ਤੇ ਉਹਨਾਂ ਨੇ ਬਿਲਕੁਲ ਸਪਸ਼ਟਤਾ ਦਿਖਾਈ ਕਿ ਮੈਂ ਇਸ ਰੀਜਨ ਦੇ ਵਿੱਚ ਇੱਕ ਬਿਲਕੁਲ ਸੈਕੂਲਰ ਐਨਵਾਇਰਨਮੈਂਟ ਕ੍ਰੀਏਟ ਕਰਾਂਗਾ, ਜਿਹਦੇ ਵਿੱਚ ਸਾਰੇ ਰੀਜਨ ਦੇ ਲੋਕ, ਸਾਰੇ ਰਿਲੀਜਨ ਦੇ ਜੋ ਲੋਕ ਹੋਣਗੇ ਬਿਲਕੁਲ ਆਰਾਮ ਨਾਲ ਰਹਿ ਸਕਣਗੇ, ਤੇ ਇੱਥੇ ਜਿੰਨੇ ਵੀ ਹਮਲੇ ਹੋਣਗੇ ਉਹਨਾਂ ਨੂੰ ਮੈਂ ਖੁਦ ਆਪ ਹੈਂਡਲ ਕਰਾਂਗਾ। ਤੇ ਅਫਗਾਨੀਆਂ ਦੇ ਹਮਲੇ ਮੇਨਲੀ ਹੋ ਰਹੇ ਸੀ, ਤੇ ਲੇਟਰ ਔਨ ਬ੍ਰਿਟਿਸ਼ਰਸ ਵੀ ਇੱਥੇ ਐਂਟਰੀ ਕਰਨ ਦੀ ਪੂਰੀ ਸਾਜ਼ਿਸ਼ਾਂ ਕਰਦੇ ਨੇ, ਤੇ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਹਰ ਇੱਕ ਪ੍ਰੋਪਰ ਵੇ ਦੇ ਨਾਲ ਉਹਨੂੰ ਹੈਂਡਲ ਕਰ ਰਹੇ ਸੀ। ਸੋ ਇੱਥੇ ਸਾਨੂੰ ਕੁਝ ਇੰਪੋਰਟੈਂਟ ਟ੍ਰੀਟੀਜ਼ ਵੀ ਯਾਦ ਰੱਖਣੀਆਂ ਜੋ ਮਹਾਰਾਜਾ ਰਣਜੀਤ ਸਿੰਘ ਦੀਆਂ ਹੋਈਆਂ ਨੇ। ਸੋ ਦੇਖੋ 1809 ਦੇ ਵਿੱਚ ਬ੍ਰਿਟਿਸ਼ਰਸ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਮਝੌਤਾ ਕੀਤਾ, ਜਿਸ ਦੇ ਤਹਿਤ ਜੋ ਸਤਲੁਜ ਹੈ, ਸਤਲੁਜ ਦੇ ਨਾਰਥ ਤੱਕ ਤਾਂ ਰਣਜੀਤ ਸਿੰਘ ਦਾ ਹਕੂਮਤ ਰਹੇਗੀ, ਤੇ ਉਹਦੇ ਸਦਰਨ ਰੀਜਨ ਦੇ ਵਿੱਚ ਬ੍ਰਿਟਿਸ਼ਰਸ ਆਪਣਾ ਵਪਾਰ ਕਰ ਸਕਦੇ ਹਨ ਤੇ ਉੱਥੇ ਆਪਣੇ ਅੰਡਰ ਰੱਖ ਸਕਦੇ ਹਨ। ਸੋ ਇੱਥੇ ਇੱਕ ਫਰੈਂਡਸ਼ਿਪ ਦੀ ਟ੍ਰੀਟੀ ਹੁੰਦੀ ਹੈ ਰਣਜੀਤ ਸਿੰਘ ਤੇ ਬ੍ਰਿਟਿਸ਼ਰਸ ਦੇ ਵਿੱਚ। ਸੋ ਇਹ ਤੁਸੀਂ ਪੁਆਇੰਟ ਯਾਦ ਰੱਖਣਾ ਹੈ। 25 ਅਪ੍ਰੈਲ 1809 ਦੇ ਵਿੱਚ ਇਹ ਸਮਝੌਤਾ ਹੋ ਜਾਂਦਾ ਹੈ ਦੋਵਾਂ ਦੇ ਵਿੱਚ। ਤੇ ਨਾਲ ਦੇ ਨਾਲ ਤੁਸੀਂ ਇਹ ਵੀ ਯਾਦ ਰੱਖਣਾ ਹੈ ਸਮਝੌਤਾ ਲਾਰਡ ਮੈਟਕਾਲਫ ਦੇ ਨਾਲ ਹੁੰਦਾ ਹੈ, ਇਹ ਵੀ ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਹੁਣ ਦੇਖੋ ਇਹਨਾਂ ਦੇ ਏਰੀਆ ਦੀ ਜੋ ਐਕਸਟੈਂਸ਼ਨਸ ਨੇ ਉਹ ਕਿੱਥੇ ਕਿੱਥੇ ਤੱਕ ਫੈਲੀਆਂ ਸੀ। ਮਹਾਰਾਜਾ ਰਣਜੀਤ ਸਿੰਘ ਨਾਰਥ ਦੇ ਵਿੱਚ ਜੇ ਆਪਾਂ ਗੱਲ ਕਰੀਏ ਲਦਾਖ ਤੱਕ ਫੈਲਿਆ ਸੀ ਇਹਨਾਂ ਦਾ ਰੀਜਨ। ਦੈਨ ਨਾਰਥ ਵੈਸਟ ਦੀ ਜੇ ਆਪਾਂ ਗੱਲ ਕਰੀਏ, ਨਾਰਥ ਵੈਸਟ ਦੇ ਵਿੱਚ ਸ਼ਿਖਰਪੁਰ ਤੱਕ ਚਲਾ ਗਿਆ ਸੀ। ਸਦਰਨ ਰੀਜਨ 'ਚ ਗੱਲ ਕਰੀਏ ਤੇ ਸਦਰਨ ਰੀਜਨ ਦੇ ਵਿੱਚ ਜਮਰੋਦ ਦਾ ਰੀਜਨ ਸੀਗਾ, ਤੇ ਈਸਟ ਦੇ ਵਿੱਚ ਗੱਲ ਕਰੀਏ ਸਤਲੁਜ ਵਾਲੀ ਜੋ ਦਰਿਆ ਸੀਗਾ ਉੱਥੇ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਦਾ ਏਰੀਆ ਫੈਲਿਆ ਹੋਇਆ ਸੀ, ਤੇ ਸਾਰੇ ਰੀਜਨ ਨੂੰ ਖਾਲਸਾ ਐਮਪਾਇਰ ਕਿਹਾ ਗਿਆ ਇਸ ਰੀਜਨ ਦੇ ਵਿੱਚ। ਤੇ ਜਦ ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਹੋਈ ਉਸ ਸਮੇਂ ਇਹ ਜੋ ਏਰੀਆ ਸੀ ਇਹ ਤਕਰੀਬਨ 2.25 ਲੱਖ ਕਿਲੋਮੀਟਰ ਸਕੁਅਰ ਏਰੀਆ ਸੀਗਾ। ਸੋ ਬਹੁਤ ਜ਼ਿਆਦਾ ਏਰੀਆ ਇਹਨਾਂ ਦੇ ਅੰਡਰ ਆ ਚੁੱਕਾ ਸੀ। ਸੋ ਇਹਨਾਂ ਨੇ ਪ੍ਰੋਪਰਲੀ ਇਸ ਜਗ੍ਹਾ ਨੂੰ ਮੈਨੇਜ ਵੀ ਕਰਨਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਡਰ ਬਹੁਤ ਜ਼ਿਆਦਾ ਏਰੀਆ ਸੀਗਾ। ਹੁਣ ਦੇਖੋ ਜੇ ਇਹਨਾਂ ਦੇ ਅੰਡਰ ਇੰਨਾ ਜ਼ਿਆਦਾ ਏਰੀਆ ਸੀ, ਸੋ ਓਬਵੀਅਸ ਜੀ ਗੱਲ ਹੈ
हर कोई इस रीजन ਨੂੰ ਆਕਿਊਪਾਈ ਕਰਨ ਦੀ ਕੋਸ਼ਿਸ਼ ਕਰੇਗਾ, ਕਿਉਂਕਿ ਪੰਜਾਬ ਰੀਜਨ ਆਲਰੇਡੀ ਬਹੁਤ ਫਰਟਾਈਲ ਲੈਂਡ ਸੀਗੀ, ਨਦੀਆਂ ਸੋ ਇੱਥੇ ਦਰਿਆ ਬਹੁਤ ਵਗਦੇ ਸਨ। ਸੋ ਇਸ ਲਈ ਹਰ ਇੱਕ ਦੀ ਨਜ਼ਰ ਸੀਗੀ ਇਸ ਰੀਜਨ ਨੂੰ ਕੰਟਰੋਲ ਕਰਨ ਦੀ। ਵੇਅਰ ਐਜ਼ ਜੋ ਬ੍ਰਿਟਿਸ਼ਰ ਸੀਗੇ ਉਹ ਆਲਰੇਡੀ ਬੰਗਾਲ, ਮਦਰਾਸ, ਮਰਾਠਾ ਇਸ ਰੀਜਨ ਨੂੰ ਆਕਿਊਪਾਈ ਕਰ ਚੁੱਕੇ ਸਨ ਤੇ ਇੰਡੀਆ ਦੇ ਵਿੱਚ ਨਾਰਥ ਵੈਸਟ ਰੀਜਨ ਹੀ ਬਚਿਆ ਸੀ ਜਿੱਥੇ ਇਹ ਕਬਜ਼ਾ ਕਰਨਾ ਚਾਹੁੰਦੇ ਸਨ। ਬਟ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਸੀਗੇ ਤਦ ਤੱਕ ਉੱਥੇ ਕੈਪਚਰ ਕਰਨਾ ਉਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਡਿਫਿਕਲਟ ਸੀਗਾ। ਸੋ ਮਹਾਰਾਜਾ ਰਣਜੀਤ ਸਿੰਘ ਦੀ ਪਾਵਰ ਹੀ ਇੰਨੀ ਜ਼ਿਆਦਾ ਸੀਗੀ, ਨਾਮ ਹੀ ਇੰਨਾ ਜ਼ਿਆਦਾ ਫੇਮਸ ਸੀ, ਜਿਸ ਕਰਕੇ ਇੰਨਾ ਈਜ਼ੀ ਨਹੀਂ ਸੀ, ਕਿਉਂਕਿ ਇਹਨਾਂ ਨੇ ਨਾਮ ਜੋ ਬਣਾਇਆ ਸੀ ਅਫਗਾਨੀਆਂ ਨੂੰ ਬਹੁਤ ਜ਼ਿਆਦਾ ਬੈਟਲਸ ਦੇ ਵਿੱਚ ਹਰਾ ਕੇ ਬਣਾਇਆ ਸੀ। ਤੇ ਇਹਨਾਂ ਦੇ ਜੋ ਯੋਧੇ ਸਨ ਜਿਵੇਂ ਹਰੀ ਸਿੰਘ ਨਲੂਆ, ਇੱਦਾਂ ਦੇ ਮਹਾਨ ਯੋਧੇ ਜਿਨ੍ਹਾਂ ਕਰਕੇ ਇਹਨਾਂ ਦੀ ਜੋ ਪਾਵਰ ਸੀ ਹੋਰ ਵੀ ਬਹੁਤ ਜ਼ਿਆਦਾ ਵੱਧ ਗਈ। ਤੇ ਇਹ ਗੱਲਾਂ ਕਰਕੇ ਹੋਰ ਕੋਈ ਵੀ ਰੀਜਨ ਦੇ ਲੋਕ ਇਹਨਾਂ ਦੇ ਉੱਤੇ ਹਮਲਾ ਕਰਨਾ ਇੰਨਾ ਈਜ਼ੀ ਨਹੀਂ ਹੈ, ਇਹਨਾਂ ਦੇ ਉੱਤੇ ਹਮਲਾ ਕਰਨਾ। ਸੋ ਇਸ ਲਈ ਹਰ ਕੋਈ ਚਾਹੁੰਦਾ ਸੀ ਇਹਨਾਂ ਨਾਲ ਫਰੈਂਡਸ਼ਿਪ ਹੀ ਕਰ ਲਿੱਤੀ ਜਾਏ ਤੇ ਵੇਟ ਕਰਦੇ ਸਨ ਕਿ ਕਦ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਹੋਵੇ, ਮਤਲਬ ਇਹਨਾਂ ਨੂੰ ਜਾਂ ਕੋਈ ਮੌਕਾ ਮਿਲੇ ਕਿ ਜਿਵੇਂ ਇਹਨਾਂ ਦੀ ਜਦ ਡੈਥ ਹੋ ਜਾਏਗੀ ਤੇ ਮੌਕਾ ਹੀ ਮਿਲੇਗਾ ਨਾ ਬਾਕੀਆਂ ਨੂੰ। ਸੋ ਉਹ ਸਾਰੇ ਚਾਹੁੰਦੇ ਸਨ ਕਿ ਇਹਨਾਂ ਤੋਂ ਬਾਅਦ ਵਾਲੇ ਜੋ ਰੂਲਰਸ ਹੋਣਗੇ ਉਹ ਇੰਨੇ ਜ਼ਿਆਦਾ ਪਾਵਰਫੁਲ ਨਾ ਹੋਣ ਤੇ ਉਹਨਾਂ ਤੇ ਕੰਟਰੋਲ ਕਰਕੇ ਆਪਾਂ ਪੰਜਾਬ ਤੇ ਵੀ ਕੰਟਰੋਲ ਕਰ ਸਕੀਏ। ਸੋ ਇਹ ਸਾਰੀਆਂ ਗੱਲਾਂ ਸਨ ਜਿਨ੍ਹਾਂ ਕਰਕੇ ਇਹਨਾਂ ਰੀਜਨ ਦੇ ਵਿੱਚ ਉਹਨਾਂ ਨੇ ਫੁੱਟ ਵੀ ਪਾਉਣੀ ਸੀ, ਆਪਸੀ ਲੜਾਈਆਂ ਵੀ ਕਰਵਾਉਣੀਆਂ ਸਨ ਤੇ ਸਚ ਡੈਟ ਇਹ ਬਹੁਤ ਹੀ ਵੱਡਾ ਐਮਪਾਇਰ ਸਾਰੇ ਆਪਣੇ ਅੰਡਰ ਕਰ ਸਕਣ। ਨਾਰਥ ਵੈਸਟ ਦੇ ਵਿੱਚ ਅਫਗਾਨ ਲੱਗੇ ਹੋਏ ਸੀ ਤੇ ਬਾਕੀ ਇੱਧਰ ਸਾਊਥ ਈਸਟ ਦੀ ਗੱਲ ਕਰੀਏ ਜਾਂ ਇਸ ਸਾਈਡ ਦੇ ਬਾਕੀ ਰੀਜਨ ਦੀ ਗੱਲ ਕਰੀਏ, ਬ੍ਰਿਟਿਸ਼ਰਸ ਤਿਆਰੀ ਤੇ ਬੈਠੇ ਸਨ ਕਿ ਕਦ ਆਪਾਂ ਇੱਥੇ ਐਂਟਰੀ ਕਰ ਪਾਈਏ। ਹੁਣ ਦੇਖੋ ਜੇ ਆਪਾਂ ਸੈਕੂਲੈਰਿਟੀ ਦੀ ਗੱਲ ਕਰੀਏ, ਮਹਾਰਾਜਾ ਰਣਜੀਤ ਸਿੰਘ ਦੇ ਸੈਕੂਲੈਰਿਟੀ ਦੇ ਬਹੁਤ ਜ਼ਿਆਦਾ ਉਦਾਹਰਨ ਦੇਖਣ ਨੂੰ ਮਿਲਦੇ ਨੇ। ਜਿਵੇਂ ਸਭ ਤੋਂ ਪਹਿਲਾਂ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਮੇਂ ਦੇ ਵਿੱਚ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਵਿੱਚ 1 ਟਨ ਸੋਨਾ ਚੜਾਇਆ ਸੀ, ਪਲੱਸ ਮੰਦਿਰ ਦੇ ਨਾਲ ਇਹਨਾਂ ਨੇ ਇੱਕ ਮਸਜਿਦ ਵੀ ਬਣਾਈ ਸੀ, ਮਾਈ ਮੋਰਨ ਮਸਜਿਦ। ਸੋ ਮਾਈ ਮੋਰਨ ਮਸਜਿਦ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀਗੀ। ਪਲੱਸ ਇਹਨਾਂ ਨੇ ਗੁਰਦੁਆਰਿਆਂ ਦੇ ਵਿੱਚ ਵੀ ਬਹੁਤ ਚੜਾਵਾ ਦਿੱਤਾ, ਜਿਵੇਂ ਜਦ ਵੀ ਕੋਈ ਯੁੱਧ ਜਿੱਤ ਕੇ ਆਉਂਦੇ ਸੀ ਸੋ ਇਹ ਹਰਮੰਦਰ ਸਾਹਿਬ ਦੇ ਵਿੱਚ ਡੋਨੇਸ਼ਨ ਕਰਦੇ ਸੀ। ਸੋ ਨਾਲ ਇਹਨਾਂ ਨੇ ਹਰਮੰਦਰ ਸਾਹਿਬ ਦੇ ਨਾਲ ਇਹਨਾਂ ਨੇ ਫਿਰ 2 ਬਹੁਤ ਇੰਪੋਰਟੈਂਟ ਤਖਤ ਵੀ ਬਣਵਾਏ, ਜਿਵੇਂ ਤਖਤ ਸ਼੍ਰੀ ਹਜੂਰ ਸਾਹਿਬ ਐਂਡ ਤਖਤ ਸ਼੍ਰੀ ਪਟਨਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਣਵਾਏ। ਫਿਰ ਉਸ ਤੋਂ ਬਾਅਦ ਇਹਨਾਂ ਦੀ ਸੈਕੂਲੈਰਿਟੀ ਦੀ ਗੱਲ ਕਰੀਏ, ਇਹਨਾਂ ਦੇ ਦਰਬਾਰ ਦੇ ਵਿੱਚ ਪ੍ਰਧਾਨ ਮੰਤਰੀ ਹੋ, ਚਾਹੇ ਵਿੱਤ ਮੰਤਰੀ ਹੋ, ਚਾਹੇ ਫੋਰਨ ਮਿਨਿਸਟਰ ਹੋਵੇ, ਤਿੰਨੋਂ ਪੋਸਟ ਦੇ ਵਿੱਚ ਨੌਨ ਸਿੱਖ ਪਰਸਨੈਲਿਟੀਜ਼ ਸੀਗੀਆਂ। ਜਿਵੇਂ ਸਭ ਤੋਂ ਪਹਿਲਾਂ ਗੱਲ ਕਰੀਏ ਪ੍ਰਧਾਨ ਮੰਤਰੀ, ਇਹਨਾਂ ਦੇ ਦਰਬਾਰ ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਸੀਗੇ ਉਹ ਧਿਆਨ ਸਿੰਘ ਸੀਗੇ ਜੋ ਕਿ ਇੱਕ ਡੋਗਰਾ ਸੀਗੇ। ਵੇਅਰ ਐਜ਼ ਫੋਰਨ ਮਿਨਿਸਟਰ ਦੀ ਗੱਲ ਕਰੀਏ ਉਹ ਫਕੀਰ ਅਜ਼ੀਜ਼ੁਦੀਨ ਸੀਗੇ ਤੇ ਫਾਈਨੈਂਸ ਮਿਨਿਸਟਰ ਦੀ ਗੱਲ ਕਰੀਏ, ਵਿੱਤ ਮੰਤਰੀ ਦੀ ਗੱਲ ਕਰੀਏ ਉਹ ਦੀਨਾਨਾਥ ਸੀਗੇ ਜੋ ਕਿ ਇੱਕ ਬ੍ਰਾਹਮਣ ਸੀਗੇ। ਸੋ ਇੱਥੋਂ ਦੀ ਮਹਾਰਾਜਾ ਰਣਜੀਤ ਸਿੰਘ ਦੀ ਜੋ ਕਿ ਇੱਕ ਸੈਕੂਲੈਰਿਟੀ ਹੈ ਉਹਦੇ ਐਵੀਡੈਂਸ ਸਾਨੂੰ ਦੇਖਣ ਨੂੰ ਮਿਲਦੇ ਨੇ। ਸੋ ਇਹ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਰੇ, ਜਿਹਦੇ ਵਿੱਚ ਆਪਾਂ ਇਹਨਾਂ ਦੀ ਇੱਕ ਸੈਕੂਲੈਰਿਟੀ ਇਮੇਜ ਦੇ ਬਾਰੇ ਸਮਝਿਆ। ਸੋ ਦੇਖੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸਮੇਂ ਦੇ ਵਿੱਚ ਕਾਫੀ ਏਰੀਆ ਆਪਣੇ ਅੰਡਰ ਕੀਤਾ, ਠੀਕ ਹੈ, ਕਾਫੀ ਬਹੁਤ ਵਧੀਆ ਇਹਨਾਂ ਦਾ ਰਾਜ ਸੀਗਾ। ਹੁਣ ਇਹਨਾਂ ਦੇ ਰਾਜ ਘਰਾਣੇ ਦੇ ਵਿੱਚ ਸੈਕੂਲੈਰਿਟੀ ਬਹੁਤ ਵਧੀਆ ਇਹਨਾਂ ਨੇ ਮੇਨਟੇਨ ਕਰਕੇ ਰੱਖੀ, ਬਾਕੀ ਰਾਇਲਟੀ ਵੀ ਬਹੁਤ ਅੱਛੀ ਸੀਗੀ, ਪੈਸੇ ਵੱਲੋਂ ਵੀ ਕੋਈ ਕਮੀ ਨਹੀਂ ਆ ਰਹੀ ਸੀ, ਇੱਕ ਬਹੁਤ ਹੀ ਵਧੀਆ ਇੱਕ ਐਮਪਾਇਰ ਇਹਨਾਂ ਨੇ ਖੜਾ ਕੀਤਾ ਸੀ। ਬਟ ਇੱਥੇ ਕੀ ਹੈ, ਇਹਨਾਂ ਨੂੰ ਇੱਕ ਕਈ ਸੋਰਸਿਸ 'ਚ ਕਿਹਾ ਜਾਂਦਾ ਹੈ ਕਿ ਇਹਨਾਂ ਨੂੰ ਐਲਕੋਹਲ ਡਰਿੰਕ ਕਰਨ ਦੀ ਇੱਕ ਹੈਬਿਟ ਸੀਗੀ। ਹੁਣ ਇਹ ਰੈਗੂਲਰ ਹੋਣ ਦੇ ਨਾਲ ਇਹਨਾਂ ਨੂੰ ਸਟ੍ਰੋਕਸ ਵੀ ਆਣੇ ਸ਼ੁਰੂ ਹੋ ਗਏ ਸੀ। ਸੋ ਅਲੱਗ-ਅਲੱਗ ਸੋਰਸਿਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਇਹਨਾਂ ਦੀ ਡਰਿੰਕ ਦੀ ਹੈਬਿਟ ਕਰਕੇ 27 ਜੂਨ 1839 ਦੇ ਵਿੱਚ ਸਟ੍ਰੋਕ ਆਉਣ ਦੇ ਨਾਲ ਡੈਥ ਹੋ ਜਾਂਦੀ ਹੈ। ਸੋ ਇਹ ਸੋਰਸਿਸ ਦੇ ਵਿੱਚ ਦੱਸਿਆ ਜਾਂਦਾ ਹੈ, ਜਿਹਦੇ ਵਿੱਚ ਇੱਕ ਕਾਰਨ ਉਹਨਾਂ ਨੇ ਇਹ ਵੀ ਦੱਸਿਆ ਕਿ ਫੇਲੀਅਰ ਆਫ ਲੀਵਰ। ਸੋ ਲੀਵਰ ਪ੍ਰੋਪਰਲੀ ਕੰਮ ਨਹੀਂ ਕਰ ਪਾਉਂਦਾ, ਜਿਹਦੇ ਕਰਕੇ ਇਹਨਾਂ ਦੀ ਡੈਥ ਹੋ ਜਾਂਦੀ ਹੈ। ਸੋ ਜਿੱਥੇ ਦੇਖੋ ਇਹਨਾਂ ਦੀ ਡੈਥ ਹੋਈ ਅੱਜ ਉੱਥੇ ਸਮਾਧੀ ਵੀ ਹੈ। ਸੋ ਸਮਾਧੀ ਆਫ ਰਣਜੀਤ ਸਿੰਘ ਕਿੱਥੇ ਹੈ? ਲਾਹੌਰ ਦੇ ਵਿੱਚ। ਸੋ ਇਹ ਵੀ ਤੁਸੀਂ ਪੁਆਇੰਟ ਯਾਦ ਰੱਖੋਗੇ। ਹੁਣ ਦੇਖੋ ਅੱਗੇ ਹੋਊਗਾ ਕਿ ਆਫਟਰ ਦਾ ਡੈਥ ਆਫ ਮਹਾਰਾਜਾ ਰਣਜੀਤ ਸਿੰਘ ਹੁਣ ਵਾਰ ਆਫ ਸਕਸੈਸ਼ਨ ਸ਼ੁਰੂ ਹੋ ਜਾਏਗਾ। ਹਰ ਕੋਈ ਚਾਹੇਗਾ ਕਿ ਮੈਨੂੰ ਰਾਜਗੱਦੀ ਤੇ ਬਿਠਾਇਆ ਜਾਏ। ਹੁਣ ਇੱਥੇ ਦੇਖੋ ਜੋ ਸ਼ੁਕਰ ਚੱਕੀਆ ਮਿਸਲ ਸੀਗੀ, ਉਸ ਸ਼ੁਕਰ ਚੱਕੀਆ ਮਿਸਲ ਦੇ ਵਿੱਚ ਸਕਸੈਸਰ ਕੌਣ ਬਣੇਗਾ, ਕਿਉਂਕਿ ਹੁਣ ਆਪਾਂ ਫੈਮਿਲੀ ਨੂੰ ਸਮਝਣਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਾਈਫ ਨਹੀਂ ਸੀਗੀ, ਮਤਲਬ ਮਹਾਰਾਣੀ ਮਹਿਤਾਬ ਕੌਰ ਹੀ ਨਹੀਂ ਸੀਗੇ, ਹੋਰ ਵੀ ਵਾਈਫਸ ਸੀਗੀਆਂ, ਠੀਕ ਹੈ। ਸੋ ਅਲੱਗ-ਅਲੱਗ ਸੋਰਸਿਸ ਦੇ ਵਿੱਚ ਉਹੀ ਗੱਲ ਆ ਜਾਂਦੀ ਹੈ, ਅਲੱਗ-ਅਲੱਗ ਦੱਸਿਆ ਜਾਂਦਾ ਹੈ, ਕਿਤੇ 20 ਵੀ ਗੱਲ ਕੀਤੀ ਹੈ ਤੇ ਕਿਤੇ 46 ਵੀ ਗੱਲ ਕੀਤੀ ਗਈ ਹੈ। ਸੋ ਆਪਾਂ ਮੇਨ ਸਮਝਾਂਗੇ ਮੇਨ ਜੋ ਤੁਸੀਂ ਚਾਰਟ ਦੇ ਵਿੱਚ ਦੇਖ ਪਾ ਰਹੇ ਹੋ ਇਹਨਾਂ ਦੇ ਫੈਮਿਲੀ ਸਟਰਕਚਰ ਨੂੰ। ਇੱਕ ਪਾਸੇ ਸ਼ੁਕਰ ਚੱਕੀਆ ਮਿਸਲ ਹੈ ਤੇ ਦੂਜੇ ਪਾਸੇ ਸਿੰਧੂਵਾਲੀਆ ਕਲਾਨ ਦੇ ਜੋ ਬਾਕੀ ਲੀਡਰਸ ਨੇ ਜਾਂ ਬਾਕੀ ਲੋਕ ਨੇ ਉਹਨਾਂ ਨੂੰ ਤੁਸੀਂ ਦੇਖੋਗੇ। ਆਪਾਂ ਪੜ੍ਹਨਾ ਸ਼ੁਕਰ ਚੱਕੀਆ ਮਿਸਲ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਫੈਮਿਲੀ ਸਟਰਕਚਰ ਨੂੰ ਪੂਰਾ ਐਕਸਪਲੇਨ ਕੀਤਾ ਗਿਆ। ਸੋ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਇਹਦੇ ਵਿੱਚ ਨੋਡਾ ਸਿੰਘ ਨਜ਼ਰ ਆ ਰਹੇ ਹੋਣਗੇ। ਸੋ ਨੋਡਾ ਸਿੰਘ ਤੋਂ ਅੱਗੇ 2 ਟ੍ਰਾਈਬਸ ਬਣ ਗਏ ਜਾਂ 2 ਕਲਾਨਸ ਬਣ ਗਏ, ਇੱਕ ਸ਼ੁਕਰ ਚੱਕੀਆ ਮਿਸਲ ਬਣ ਗਈ ਤੇ ਇੱਕ ਸਿੰਧੂਵਾਲੀਆ ਬਣ ਗਈ।
ਸੋ ਸ਼ੁਕਰ ਚੱਕੀਆ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਬੁੱਧ ਸਿੰਘ ਆਏ, ਫਿਰ ਉਸ ਤੋਂ ਬਾਅਦ ਚੜ੍ਹਤ ਸਿੰਘ ਆਏ, ਚੜ੍ਹਤ ਸਿੰਘ ਤੋਂ ਬਾਅਦ ਉਹਨਾਂ ਦੇ ਬੇਟੇ ਮਹਾ ਸਿੰਘ ਆਏ ਜੋ ਕਿ ਫਾਦਰ ਸੀਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ। ਸੋ ਦੇਖੋ ਜਿਵੇਂ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਪੂਰਾ ਫੈਮਿਲੀ ਚਾਰਟ ਹੈ। ਹੁਣ ਇਹਦੇ ਵਿੱਚ ਫੈਮਿਲੀ ਚਾਰਟ 'ਚ ਦੇਖੋ ਆਪਾਂ ਮਹਾਰਾਜਾ ਰਣਜੀਤ ਸਿੰਘ ਤੱਕ ਪੜ੍ਹ ਲਿਆ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਅੱਗੇ ਬੱਚਿਆਂ ਦੇ ਨਾਮ ਦੇਖੋ। ਸਭ ਤੋਂ ਪਹਿਲਾਂ ਦੇਖੋ ਸਭ ਤੋਂ ਐਲਡਰ ਸਨ ਹੈ ਉਹ ਖੜਕ ਸਿੰਘ ਹੈ। ਖੜਕ ਸਿੰਘ ਦੀ ਵਾਈਫ ਕੌਣ ਹੈ? ਮਹਾਰਾਣੀ ਚੰਦ ਕੌਰ। ਤੇ ਇਹਨਾਂ ਦੇ ਜੋ ਬੇਟੇ ਹੈ ਉਹਨਾਂ ਦਾ ਨਾਮ ਹੈ ਨੌ ਨਿਹਾਲ ਸਿੰਘ। ਸੋ ਇਹੀ ਅੱਗੇ ਦੇਖੋ ਸਕਸੀਡ ਕਰਨਗੇ ਆਫਟਰ ਮਹਾਰਾਜਾ ਰਣਜੀਤ ਸਿੰਘ। ਸੋ ਮਹਾਰਾਜਾ ਰਣਜੀਤ ਸਿੰਘ ਤੋਂ ਸਕਸੈਸਰ ਆਹ ਹੋਣਗੇ, ਪਹਿਲੇ ਆਣਗੇ ਖੜਕ ਸਿੰਘ, ਫਿਰ ਉਹਨਾਂ ਦੇ ਬੇਟੇ ਬਣਨਗੇ ਨੌ ਨਿਹਾਲ ਸਿੰਘ, ਫਿਰ ਖੜਕ ਸਿੰਘ ਦੀ ਵਾਈਫ ਬਣੂਗੀ ਚੰਦ ਕੌਰ। ਲੇਕਿਨ ਵਾਈਫ ਜੋ ਬਣੇਗੀ ਚੰਦ ਕੌਰ ਜਦ ਹੈੱਡ ਬਣੇਗੀ ਉਹਨੂੰ ਜ਼ਿਆਦਾ ਦੇਰ ਟਿਕਣ ਨਹੀਂ ਦਿੱਤਾ ਜਾਏਗਾ। ਤੇ ਖੜਕ ਸਿੰਘ ਦਾ ਜੋ ਬ੍ਰਦਰ ਹੋਊਗਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦਾ ਹੀ ਇੱਕ ਬੇਟਾ ਹੈ ਸ਼ੇਰ ਸਿੰਘ, ਉਹ ਰਾਜਗੱਦੀ ਤੇ ਬੈਠ ਜਾਊਗਾ। ਲੇਕਿਨ ਸ਼ੇਰ ਸਿੰਘ ਦੇ ਨਾਲ ਜ਼ਿਆਦਾ ਲੋਕ ਸਹਿਮਤ ਨਹੀਂ ਹੁੰਦੇ। ਸੋ ਸ਼ੇਰ ਸਿੰਘ ਤੋਂ ਬਾਅਦ ਅੱਗੇ ਉਹਨਾਂ ਦਾ ਹੀ ਇੱਕ ਬ੍ਰਦਰ ਹੈ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਾਈਫ ਸੀਗੀ ਰਾਣੀ ਜਿੰਦਾ। ਸੋ ਰਾਣੀ ਜਿੰਦਾ ਤੋਂ ਇੱਕ ਬੇਟੇ ਸੀ ਦਲੀਪ ਸਿੰਘ। ਸੋ ਦਲੀਪ ਸਿੰਘ ਰਾਜਗੱਦੀ ਤੇ ਬੈਠਣਗੇ। ਸੋ ਇਸ ਤੋਂ ਇਲਾਵਾ ਹੋਰ ਵੀ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਜੋ ਫੈਮਿਲੀ ਦੇ ਵਿੱਚ ਬੱਚੇ ਆਉਂਦੇ ਨੇ, ਤਾਰਾ ਸਿੰਘ, ਕਸ਼ਮੀਰਾ ਸਿੰਘ, ਪੈਸ਼ੂਰਾ ਸਿੰਘ। ਸੋ ਇਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਬੇਟੇ ਸਨ ਜੋ ਕਿ ਅੱਗੇ ਰਾਜਗੱਦੀ ਤੇ ਨਹੀਂ ਬੈਠ ਪਾਉਂਦੇ। ਸੋ ਸਭ ਤੋਂ ਪਹਿਲਾਂ ਕੌਣ ਬੈਠਦੇ ਨੇ? ਖੜਕ ਸਿੰਘ। ਜਦ ਖੜਕ ਸਿੰਘ ਰਾਜਗੱਦੀ ਤੇ ਬੈਠਦੇ ਨੇ ਪ੍ਰੋਪਰਲੀ ਚੱਲਣਾ ਸ਼ੁਰੂ ਹੋ ਜਾਂਦਾ ਹੈ। ਬਟ ਇਹ ਇੱਕ ਵੀਕ ਰੂਲਰ ਸੀਗੇ ਜਿਨ੍ਹਾਂ ਨੂੰ ਆਪੋਜੀਸ਼ਨ ਵੱਲੋਂ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਸੀਟ ਨੂੰ ਛੱਡਣ ਦਾ। ਸੋ ਇਹ ਆਪਣੀ ਥਾਂ ਤੇ ਆਪਣੇ ਬੇਟੇ ਨੌ ਨਿਹਾਲ ਸਿੰਘ ਨੂੰ ਰਾਜਗੱਦੀ ਤੇ ਬਿਠਾ ਦਿੰਦੇ ਨੇ ਜੋ ਕਿ ਸਿਰਫ 19 ਸਾਲ ਦੇ ਹੀ ਸਨ ਜੋ ਕਿ ਰਾਜਗੱਦੀ ਤੇ ਬੈਠਦੇ ਨੇ। ਲੇਕਿਨ ਉਹ ਇੱਕ ਬਹੁਤ ਹੀ ਪ੍ਰੋਪਰ ਵੇ ਦੇ ਨਾਲ ਸੰਭਾਲ ਲੈਂਦੇ ਨੇ ਸਾਰੀ ਚੀਜ਼ ਨੂੰ। ਸੋ ਸਾਰੇ ਐਡਮਿਨਿਸਟ੍ਰੇਸ਼ਨ ਨੌ ਨਿਹਾਲ ਸਿੰਘ ਪ੍ਰੋਪਰਲੀ ਸੰਭਾਲ ਲੈਂਦੇ ਨੇ। ਲੇਕਿਨ ਇਹਨਾਂ ਦੇ ਉੱਤੇ ਕੀ ਹੈ, ਦਰਵਾਜ਼ਾ ਗਿਰ ਜਾਂਦਾ ਹੈ ਜਿਸ ਦੇ ਨਾਲ ਮੰਨਿਆ ਜਾਂਦਾ ਕਿ ਇਸ ਦੀ ਡੈਥ ਹੋ ਜਾਂਦੀ ਹੈ। ਹੁਣ ਉਹ ਇੱਕ ਪੂਰੀ ਸਾਜ਼ਿਸ਼ ਸੀਗੀ, ਕੀ ਸੀ ਇਹ ਅੱਜ ਵੀ ਕੁਐਸਚਨ ਹੈ। ਫਿਰ ਇਸ ਤੋਂ ਬਾਅਦ ਨੌ ਨਿਹਾਲ ਸਿੰਘ ਤੋਂ ਬਾਅਦ ਉਹਨਾਂ ਦੀ ਮਾਤਾ ਜੋ ਕਿ ਖੜਕ ਸਿੰਘ ਜੀ ਦੀ ਵਾਈਫ ਸੀਗੀ ਮਹਾਰਾਣੀ ਚੰਦ ਕੌਰ, ਉਹ ਰਾਜਗੱਦੀ ਸੰਭਾਲਦੇ ਨੇ। ਤੇ ਐਜ਼ ਅ ਵੂਮਨ ਰਾਜਗੱਦੀ ਜ਼ਿਆਦਾ ਦੇਰ ਤੱਕ ਨਹੀਂ ਸੰਭਾਲ ਪਾਉਂਦੇ। ਸੋ ਸ਼ੇਰ ਸਿੰਘ ਖੁਦ ਆਪਣੇ ਆਪ ਨੂੰ ਹੈਡ ਆਫ ਦਾ ਸਟੇਟ ਡਿਕਲੇਅਰ ਕਰ ਦਿੰਦਾ ਹੈ। ਸੋ ਇੱਥੇ ਹੁਣ ਰਾਜਾ ਸ਼ੇਰ ਸਿੰਘ ਆ ਜਾਏਗਾ ਤੇ ਉਹ ਰਾਜਾ ਸ਼ੇਰ ਸਿੰਘ ਆਪਣੇ ਨਾਲ ਮੰਤਰੀਆਂ ਨੂੰ ਵੀ ਖਰੀਦ ਲੈਂਦਾ ਹੈ। ਲੇਕਿਨ ਉਹ ਜੋ ਝੂਠੇ ਦਿਲਾਸੇ ਦਿੰਦਾ ਹੈ ਸੋਲਜਰਸ ਨੂੰ ਕਿ ਤੁਹਾਡੀ ਤਨਖਾਹਾਂ ਵਧਾ ਦਿੱਤੀ ਜਾਣਗੀਆਂ ਜਾਂ ਫਿਰ ਇਹ ਸਾਰੇ ਕੰਮ ਕਰ ਦਿੱਤੇ ਜਾਣਗੇ, ਉਹ ਜ਼ਿਆਦਾ ਦੇਰ ਫੁੱਲਫਿਲ ਨਹੀਂ ਕਰ ਪਾਉਂਦਾ, ਜਿਹਦੇ ਕਰਕੇ ਉਹਨੂੰ ਰਾਜਗੱਦੀ ਤੋਂ ਹਟਾ ਦਿੱਤਾ ਜਾਂਦਾ ਹੈ। ਬਾਕੀ ਜੋ ਲੀਡਰਸ ਹੁੰਦੇ ਨੇ, ਮੰਤਰੀ ਹੁੰਦੇ ਨੇ, ਉਹ ਇਹਨਾਂ ਨੂੰ ਰਾਜਗੱਦੀ ਤੋਂ ਹਟਾ ਦਿੰਦੇ ਨੇ ਤੇ ਰਣਜੀਤ ਸਿੰਘ ਜੀ ਦੇ ਹੀ ਇੱਕ ਬੇਟੇ ਰਾਣੀ ਜਿੰਦਾ ਤੋਂ, ਜਿਨ੍ਹਾਂ ਦਾ ਨਾਮ ਸੀ ਦਲੀਪ ਸਿੰਘ, ਉਹਨਾਂ ਨੂੰ ਹੈੱਡ ਬਣਾ ਦਿੱਤਾ ਜਾਂਦਾ ਹੈ ਤੇ ਨਾਲ ਪ੍ਰਾਈਮ ਮਿਨਿਸਟਰ ਹੀਰਾ ਸਿੰਘ ਹੁੰਦੇ ਨੇ। ਸੋ ਇੱਦਾਂ ਜਾ ਕੇ ਰਾਜਾ ਦਲੀਪ ਸਿੰਘ ਰਾਜਗੱਦੀ ਤੇ ਬੈਠਦੇ ਨੇ। ਸੋ ਆਖਰੀ ਰਾਜਾ ਦੇਸ਼ ਦੇ ਕੌਣ ਹੁੰਦੇ ਨੇ? ਰਾਜਾ ਦਲੀਪ ਸਿੰਘ। ਹੁਣ ਦੇਖੋ ਜੋ ਰਾਜਾ ਦਲੀਪ ਸਿੰਘ ਸੀਗੇ ਇਹਨਾਂ ਦਾ ਜਨਮ 1838 ਚ ਹੋਇਆ ਤੇ ਇਹਨਾਂ ਨੂੰ ਰਾਜਗੱਦੀ ਤੇ 1843 ਤੇ ਬਿਠਾ ਦਿੱਤਾ ਗਿਆ। ਹੁਣ ਦੇਖੋ ਇਹਨਾਂ ਦੀ ਉਮਰ ਕੀ ਹੈ? ਸਿਰਫ 4 ਸਾਲ। ਹੁਣ 4 ਸਾਲ ਦਾ ਜੋ ਰਾਜਾ ਹੈ ਮਤਲਬ ਬੱਚਾ ਹੀ ਹੈ ਇੱਕ ਤਰੀਕੇ ਦਾ। ਸੋ ਇਹਨਾਂ ਨੂੰ ਕੁਝ ਨਹੀਂ ਹਲੇ ਪਤਾ। ਸੋ ਹੀਰਾ ਸਿੰਘ ਹੀ ਚਲਾ ਰਹੇ ਸੀਗੇ। ਸੋ ਇੱਥੇ ਇੱਕ ਮੌਕਾ ਮਿਲ ਗਿਆ ਬ੍ਰਿਟਿਸ਼ਰਸ ਨੂੰ ਐਂਟਰੀ ਕਰਨ ਦਾ। ਸੋ ਬ੍ਰਿਟਿਸ਼ਰਸ ਆਲਰੇਡੀ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਚੁੱਕੇ ਸਨ। ਸੋ ਇਹ ਮੌਕਾ ਸੀਗਾ ਬ੍ਰਿਟਿਸ਼ਰਸ ਦਾ, ਉਹਨਾਂ ਬ੍ਰਿਟਿਸ਼ਰਸ ਕੋਲ ਜੋ ਕਿ ਇਸ ਰੀਜਨ ਨੂੰ ਆਕਿਊਪਾਈ ਕਰ ਸਕਦੇ ਸਨ। ਸੋ ਬ੍ਰਿਟਿਸ਼ਰਸ ਨੇ ਕੀ ਕੀਤਾ, ਰਾਜਾ ਦਲੀਪ ਸਿੰਘ ਨੂੰ ਆਪਣੇ ਨਾਲ ਹੀ ਬਾਹਰ ਲੈ ਗਏ ਆਪਣੇ ਦੇਸ਼। ਜੋ ਮਹਾਰਾਜਾ ਦਲੀਪ ਸਿੰਘ ਸੀਗੇ 1843 ਤੱਕ ਸਿਰਫ ਮਾਤਰ 5 ਸਾਲ ਦੀ ਉਮਰ ਦੇ ਸੀਗੇ। ਸੋ 5 ਸਾਲ ਦੀ ਉਮਰ ਦੇ ਵਿੱਚ ਕੋਈ ਜ਼ਿਆਦਾ ਨੌਲੇਜ ਨਹੀਂ ਹੁੰਦੀ ਤੇ ਇਹਨਾਂ ਦੇ ਅੰਡਰ ਜੋ ਇਹਨਾਂ ਦੇ ਨਾਲ ਹੀਰਾ ਸਿੰਘ ਸੀਗੇ ਉਹ ਹੀ ਸੰਭਾਲ ਰਹੇ ਸਨ। ਇੱਥੇ ਬ੍ਰਿਟਿਸ਼ਰਸ ਨੂੰ ਮੌਕਾ ਮਿਲ ਜਾਂਦਾ ਹੈ ਰਾਜਗੱਦੀ ਨੂੰ ਸੰਭਾਲਣ ਦਾ। ਤੇ ਬ੍ਰਿਟਿਸ਼ਰਸ ਕੀ ਕਰਦੇ ਨੇ, ਇਹਨਾਂ ਨੂੰ ਜੋ ਰਾਜਾ ਦਲੀਪ ਸਿੰਘ ਸੀਗੇ ਇਹਨਾਂ ਨੂੰ ਆਪਣੇ ਨਾਲ ਹੀ ਰੱਖਦੇ ਨੇ ਤੇ ਕਿਡਨੈਪ ਕਰ ਲਿੱਤਾ ਜਾਂਦਾ ਹੈ ਬ੍ਰਿਟਿਸ਼ ਕਰਾਊਨ ਦੇ ਦੁਆਰਾ ਤੇ ਇਹਨਾਂ ਨੂੰ ਕਿਡਨੈਪ ਕਰਕੇ ਆਪਣੇ ਯੂਕੇ ਲੈ ਜਾਂਦੇ ਨੇ ਤੇ ਉੱਥੇ ਜਾ ਕੇ ਫਿਰ ਜਦ ਥੋੜੇ ਅੱਗੇ ਹੁੰਦੇ ਨੇ, ਉਮਰ ਵੱਧਦੀ ਹੈ ਤੇ ਇਹਨਾਂ ਤੋਂ ਸਾਈਨ ਕਰਾ ਲਿੱਤੇ ਜਾਂਦੇ ਸਾਰੇ ਕੁਝ। ਫਿਰ ਉੱਥੇ ਹੀ ਇਹਨਾਂ ਦੀ ਮੈਰਿਜ ਕਰ ਦਿੱਤੀ ਜਾਂਦੀ ਹੈ। ਸੋ ਜਿਸ ਦੇ ਨਾਲ ਇਹਨਾਂ ਨੂੰ ਫੁੱਲ ਫਲੈਜ ਕੰਟਰੋਲ ਦੇ ਵਿੱਚ ਰੱਖਿਆ ਜਾਂਦਾ ਹੈ ਤੇ 1849 ਦੇ ਵਿੱਚ ਫਿਰ ਪੰਜਾਬ ਨੂੰ ਇਹ ਆਪਣੇ ਅੰਡਰ ਕਰ ਲੈਣਗੇ। ਹੁਣ ਪੰਜਾਬ ਨੂੰ ਆਪਣੇ ਅੰਡਰ ਕਰਨਾ ਇੰਨਾ ਈਜ਼ੀ ਨਹੀਂ ਸੀ। ਸੋ ਇੱਥੇ ਇਹਨਾਂ ਨੂੰ ਬੈਟਲਸ ਲੜਨੀਆਂ ਪੈਣਗੀਆਂ। ਸੋ ਇੱਥੇ 2 ਇੰਪੋਰਟੈਂਟ ਬੈਟਲਸ ਹੁੰਦੀਆਂ ਜੋ ਕਿ ਆਪਾਂ ਚੰਗੀ ਤਰ੍ਹਾਂ ਯਾਦ ਕਰਾਂਗੇ। ਸੋ ਹੁਣ ਕੀ ਹੈ, ਪੰਜਾਬ ਤੇ ਹਮਲਾ ਕੀਤਾ ਜਾਏਗਾ ਬ੍ਰਿਟਿਸ਼ਰਸ ਦੇ ਦੁਆਰਾ, ਕਿਉਂਕਿ ਪੰਜਾਬ ਨੂੰ ਇੱਦਾਂ ਤਾਂ ਨਹੀਂ ਹੁਣ ਕੈਪਚਰ ਕੀਤਾ ਜਾ ਸਕਦਾ। ਸੋ ਪੰਜਾਬ ਦੇ ਉੱਤੇ ਹਮਲਾ ਕੀਤਾ ਜਾਏਗਾ। 2 ਐਂਗਲੋ ਸਿੱਖ ਵਾਰ ਹੋਣਗੀਆਂ। ਸੋ 2 ਐਂਗਲੋ ਸਿੱਖ ਵਾਰ ਦੋਨੋਂ ਦੀ ਦੋਨੋਂ ਆਪਾਂ ਚੰਗੀ ਤਰ੍ਹਾਂ ਯਾਦ ਰੱਖਣੀ ਹੈ ਤੇ ਦੋਨੋਂ ਵਾਰਸ ਦੇ ਵਿੱਚ ਨੰਬਰ ਆਫ ਬੈਟਲਸ ਹੁੰਦੀਆਂ ਤੇ ਨੰਬਰ ਆਫ ਬੈਟਲਸ ਜਿਹੜੀਆਂ ਹੋਣਗੀਆਂ ਉਹ ਵੀ ਆਪਾਂ ਯਾਦ ਰੱਖਾਂਗੇ। ਸੋ ਸਭ ਤੋਂ ਪਹਿਲਾਂ ਦੇਖੋ ਐਂਗਲੋ ਸਿੱਖ ਵਾਰ 1। ਸੋ ਪਹਿਲੀ ਐਂਗਲੋ ਸਿੱਖ ਵਾਰ। ਸੋ ਦੇਖੋ ਹੁਣ ਲਾਸਟ ਤਾਂ ਦਲੀਪ ਸਿੰਘ ਹੋ ਗਏ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਵਾਈਫ ਮਹਾਰਾਣੀ ਜਿੰਦ ਕੌਰ, ਜਿਹਨੂੰ ਮੈਂ ਮਹਾਰਾਣੀ ਜਿੰਦਾ ਵੀ ਕਹਿ ਰਿਹਾ। ਸੋ ਜਿੰਦ ਕੌਰ ਦੇ ਬੇਟੇ ਸਨ ਮਹਾਰਾਜਾ ਦਲੀਪ ਸਿੰਘ। ਸੋ ਇੱਥੋਂ ਦੀ ਆਹ ਚੈਪਟਰ ਕਲੋਜ਼ ਹੁੰਦਾ ਹੈ।
ਸੋ ਜਦ ਇਹ ਚੈਪਟਰ ਕਲੋਜ਼ ਹੁੰਦਾ ਇਹਨਾਂ ਨੂੰ ਲੈ ਕੇ ਚਲੇ ਜਾਂਦੇ ਆ ਬ੍ਰਿਟਿਸ਼ਰਸ। ਸੋ ਹੁਣ ਪੰਜਾਬ ਦੇ ਉੱਤੇ ਬ੍ਰਿਟਿਸ਼ਰਸ ਨੇ ਪੂਰਾ ਕੰਟਰੋਲ ਕਰਨਾ ਹੈ। ਸੋ ਪੰਜਾਬ ਨੂੰ ਜੇ ਕਬਜ਼ੇ 'ਚ ਲੈਣਾ ਇੰਨਾ ਈਜ਼ੀ ਨਹੀਂ ਸੀਗਾ, ਸੋ ਇੱਥੇ ਹਮਲਾ ਕਰਨਾ ਪਏਗਾ। ਹੁਣ ਬ੍ਰਿਟਿਸ਼ਰਸ ਪੰਜਾਬ ਦੇ ਉੱਤੇ ਹਮਲਾ ਕਰਨਗੇ, 2 ਐਂਗਲੋ ਸਿੱਖ ਵਾਰ ਹੋਣਗੀਆਂ ਤੇ ਉਹ 2 ਐਂਗਲੋ ਸਿੱਖ ਵਾਰ ਦੇ ਵਿੱਚ ਨੰਬਰ ਆਫ ਬੈਟਲਸ ਹੋਣਗੀਆਂ ਤੇ ਆਪਾਂ ਸਾਰੀਆਂ ਬੈਟਲਸ ਯਾਦ ਰੱਖਾਂਗੇ। ਇੱਥੇ ਇੱਕ ਪੁਆਇੰਟ ਯਾਦ ਰੱਖਣਾ ਹੈ ਕਿ ਇੱਥੇ ਬ੍ਰਿਟਿਸ਼ਰਸ ਦਾ ਸਪੋਰਟ ਕੌਣ ਕਰੂਗੇ? ਪਟਿਆਲਾ ਸਟੇਟ। ਸੋ ਇਹ ਪੁਆਇੰਟ ਤੁਸੀਂ ਯਾਦ ਰੱਖੋਗੇ ਜੋ ਕਿ ਬ੍ਰਿਟਿਸ਼ਰਸ ਦਾ ਸਪੋਰਟ ਕਰਦੇ ਇੱਥੇ। ਹੁਣ ਐਂਗਲੋ ਸਿੱਖ ਵਾਰ 2 ਹੋਣੀ ਹੈ। ਪਹਿਲੀ ਐਂਗਲੋ ਸਿੱਖ ਵਾਰ ਹੋਗੀ 1845 ਤੋਂ 46 ਜੋ ਕਿ ਮੇਨਲੀ ਫਿਰੋਜ਼ਪੁਰ ਵਾਲੇ ਰੀਜਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਸੋ 1845-46 ਰੀਜਨ ਦੇ ਵਿੱਚ ਫਸਟ ਐਂਗਲੋ ਸਿੱਖ ਵਾਰ ਹੋਏਗੀ। ਇਹ ਐਂਗਲੋ ਸਿੱਖ ਵਾਰ ਦੇ ਵਿੱਚ ਟੋਟਲ 5 ਬੈਟਲਸ ਹੁੰਦੀਆਂ ਅਲੱਗ-ਅਲੱਗ ਸਮੇਂ ਦੇ ਵਿੱਚ, ਤੇ ਪੰਜੋ ਦੀ ਪੰਜੋ ਬੈਟਲਸ ਯਾਦ ਰੱਖਣੀ ਹੈ ਤੇ ਇਹਦੇ ਵਿੱਚ ਸਿੱਖ ਕਿਹੜੀ ਜਿੱਤੇ ਨੇ ਤੇ ਬ੍ਰਿਟਿਸ਼ਰਸ ਕਿਹੜੀ ਜਿੱਤੇ ਨੇ, ਇਹ ਸਾਰੀ ਦੀ ਸਾਰੀ ਆਪਾਂ ਦੇਖਾਂਗੇ। ਸੋ ਚਲੋ ਹੁਣ ਇਹਦੇ ਤੁਸੀਂ ਸਾਰੇ ਪੁਆਇੰਟ ਚਾਰਟ ਦੇ ਥਰੂ ਦੇਖੋਗੇ। ਸੋ ਸਭ ਤੋਂ ਪਹਿਲਾਂ ਦੇਖੋ, ਬੈਟਲ ਆਫ ਮੁਦਕੀ ਹੋਏਗੀ 18 ਦਸੰਬਰ 1845 ਦੇ ਵਿੱਚ। ਜਗ੍ਹਾ ਹੈ ਮੁਦਕੀ। ਇਸ ਬੈਟਲ ਨੂੰ ਕੌਣ ਲੀਡ ਕਰੇਗਾ? ਲਾਲ ਸਿੰਘ ਲੀਡ ਕਰਨਗੇ ਤੇ ਇਹ ਬੈਟਲ ਕੌਣ ਜਿੱਤ ਜਾਣਗੇ? ਬ੍ਰਿਟਿਸ਼ਰਸ ਜਿੱਤ ਜਾਣਗੇ। ਸੋ ਪਹਿਲੀ ਮੁਦਕੀ ਦੀ ਜੋ ਲੜਾਈ ਹੋਗੀ, ਮੁਦਕੀ ਦੀ ਜੋ ਬੈਟਲ ਹੋਗੀ ਉਹ ਬ੍ਰਿਟਿਸ਼ਰਸ ਜਿੱਤ ਜਾਂਦੇ ਨੇ। ਸੈਕਿੰਡ ਬੈਟਲ ਆਫ ਫਿਰੋਜ਼ ਸ਼ਹਿਰ ਜੋ ਕਿ 21 ਦਸੰਬਰ 1845 ਦੇ ਵਿੱਚ ਹੋਈ, ਇਹ ਫਿਰੋਜ਼ ਸ਼ਹਿਰ ਦੇ ਵਿੱਚ ਹੋਏਗੀ। ਇਹ ਲਾਲ ਸਿੰਘ ਤੇ ਤੇਜ ਸਿੰਘ ਇਹਦੇ ਵਿੱਚ ਮੇਨ ਲੀਡਰਸ ਹੋਣਗੇ ਪੰਜਾਬ ਵੱਲੋਂ ਤੇ ਇਹ ਵੀ ਲੜਾਈ ਬ੍ਰਿਟਿਸ਼ਰਸ ਜਿੱਤ ਜਾਂਦੇ ਨੇ। ਆਫਟਰ ਦਿਸ ਬੈਟਲ ਆਫ ਬੱਦੋਵਾਲ, ਇਹ ਯਾਦ ਰੱਖਣੀ ਹੈ, ਬੈਟਲ ਆਫ ਬੱਦੋਵਾਲ ਐਗਜ਼ਾਮ ਦੇ ਵਿੱਚ ਇਹੀ ਪੁੱਛੀ ਜਾਂਦੀ ਹੈ। ਸੋ ਬੈਟਲ ਆਫ ਬੱਦੋਵਾਲ 21 ਜਨਵਰੀ 1846 ਦੇ ਵਿੱਚ ਹੋਏਗੀ, ਬੱਦੋਵਾਲ ਜਗ੍ਹਾ। ਫਿਰ ਰਣਜੋਤ ਸਿੰਘ ਮਜੀਠੀਆ, ਠੀਕ ਹੈ, ਰਣਜੋਤ ਸਿੰਘ ਮਜੀਠੀਆ ਇਹ ਬੈਟਲ ਨੂੰ ਲੜਦੇ ਨੇ ਤੇ ਇਹ ਲੜਾਈ ਸਿੱਖ ਜਿੱਤ ਜਾਂਦੇ ਨੇ, ਠੀਕ ਹੈ, ਯਾਦ ਰੱਖੋਗੇ ਤੁਸੀਂ। ਦੈਨ ਬੈਟਲ ਆਫ ਆਲੀਵਾਲ 28 ਜਨਵਰੀ 1846 ਦੇ ਵਿੱਚ ਹੋਈ ਹੈ। ਆਲੀਵਾਲ ਜਗ੍ਹਾ ਦੇ ਵਿੱਚ ਇਹ ਵੀ ਰਣਜੋਤ ਸਿੰਘ ਲੜਾਈ ਲੜਦੇ ਨੇ ਤੇ ਇਹ ਬ੍ਰਿਟਿਸ਼ਰਸ ਲੜਾਈ ਜਿੱਤ ਜਾਂਦੇ ਨੇ। ਤੇ 5th ਜੋ ਲੜਾਈ ਹੈ ਬੈਟਲ ਆਫ ਸਬਰੋਂ। ਸੋ ਸਬਰੋਂ ਲੜਾਈ 10 ਫਰਵਰੀ 1846 ਦੇ ਵਿੱਚ ਹੋਈ। ਸਬਰੋਂ ਜਗ੍ਹਾ ਦੇ ਵਿੱਚ ਇਹ ਲਾਲ ਸਿੰਘ, ਤੇਜਾ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ ਇਹ ਤਿੰਨੋਂ ਮਿਲ ਕੇ ਲੜਾਈ ਨੂੰ ਲੀਡ ਕਰਦੇ ਨੇ ਤੇ ਇਹ ਲੜਾਈ ਵੀ ਬ੍ਰਿਟਿਸ਼ਰਸ ਜਿੱਤ ਜਾਂਦੇ ਨੇ। ਸੋ ਫਸਟ ਐਂਗਲੋ ਸਿੱਖ ਵਾਰ ਦੇ ਵਿੱਚ 5 ਬੈਟਲਸ ਹੋਈਆਂ। ਉਹ 5 ਬੈਟਲ ਦੇ ਵਿੱਚ ਜੋ ਤੀਜੀ ਬੈਟਲ ਸੀਗੀ ਬੱਦੋਵਾਲ ਵਾਲੀ ਉਹ ਸਿੱਖ ਜਿੱਤਦੇ ਨੇ ਤੇ ਬਾਕੀ ਚਾਰੋਂ ਦੀ ਚਾਰੋਂ ਬੈਟਲਸ ਕੌਣ ਜਿੱਤਦੇ ਨੇ? ਬ੍ਰਿਟਿਸ਼ਰਸ ਜਿੱਤਦੇ ਨੇ। ਸੋ ਇਹ ਪੁਆਇੰਟ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਣਾ ਹੈ, ਐਗਜ਼ਾਮ ਦੇ ਵਿੱਚ ਇਹੀ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਵੈਰੀ ਇੰਪੋਰਟੈਂਟ ਇਹ ਕੁਐਸਚਨ ਬਣ ਜਾਂਦਾ ਹੈ। ਹੁਣ ਇਹ ਲੜਾਈ ਜੋ ਸੀਗੀ, ਇਹ ਮੇਨ ਜੋ ਲੀਡਰ ਸੀਗੇ ਇਹ ਤਾਂ ਮੈਂ ਤੁਹਾਨੂੰ ਦੱਸਦੇ, ਲੇਕਿਨ ਜੋ ਖਾਲਸਾ ਐਮਪਾਇਰ ਸੀ ਉਹਨੂੰ ਲੀਡ ਕੌਣ ਕਰ ਰਹੀ ਸੀ? ਮਹਾਰਾਣੀ ਜਿੰਦ ਕੌਰ, ਠੀਕ ਹੈ, ਜੋ ਕਿ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਾ। ਸੋ ਇਸੀ ਫੇਸਿਸ ਦੇ ਵਿੱਚ ਦਲੀਪ ਸਿੰਘ ਨੂੰ ਕਿਡਨੈਪ ਵੀ ਕਰ ਲਿੱਤਾ ਜਾਏਗਾ। ਹੁਣ ਇੱਥੇ 9 ਮਾਰਚ 1846 ਦੇ ਵਿੱਚ ਇੱਕ ਟ੍ਰੀਟੀ ਆਫ ਲਾਹੌਰ ਸਾਈਨ ਹੋਊਗੀ ਜਿਹਦੇ ਵਿੱਚ ਬਿਆਸ ਤੇ ਸਤਲੁਜ ਦਰਿਆ ਦੇ ਵਿੱਚ ਕਾਫੀ ਜਗ੍ਹਾ ਤੇ ਬ੍ਰਿਟਿਸ਼ਰਸ ਆਪਣਾ ਕੰਟਰੋਲ ਕਰ ਲੈਂਦੇ ਨੇ ਇਸ ਸਮਝੌਤੇ ਦੇ ਤਹਿਤ। ਹੁਣ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਸਮਝੌਤੇ ਹੁੰਦੇ ਆ, ਲੇਕਿਨ ਇਹ ਸਮਝੌਤਿਆਂ ਨੂੰ ਲੇਟਰ ਔਨ ਮੰਨਿਆ ਨਹੀਂ ਜਾਂਦਾ ਤੇ ਫਿਰ ਪੰਜਾਬ ਦੇ ਜੋ ਲੋਕ ਹੁੰਦੇ ਆ ਦੁਬਾਰਾ ਹਮਲਾ ਕਰ ਦਿੰਦੇ ਆ ਬ੍ਰਿਟਿਸ਼ਰਸ ਦੇ ਨਾਲ, ਦੁਬਾਰਾ ਲੜਾਈ ਹੋਊਗੀ। ਹੁਣ ਇੱਥੇ ਹੁਣ ਸੈਕਿੰਡ ਐਂਗਲੋ ਸਿੱਖ ਵਾਰ ਹੋਏਗੀ ਤੇ ਜੋ ਸੈਕਿੰਡ ਐਂਗਲੋ ਸਿੱਖ ਵਾਰ ਹੈ 1848 ਤੇ 49 ਦੇ ਵਿੱਚ ਲੜੀ ਗਈ ਹੈ, 1848 to 49। ਸੋ ਇਸ ਐਂਗਲੋ ਸਿੱਖ ਵਾਰ ਦੇ ਵਿੱਚ 4 ਬੈਟਲਸ ਹੋਣੀਆਂ, ਉਹ ਚਾਰੋਂ ਦੀ ਚਾਰੋਂ ਫਿਰ ਤੁਸੀਂ ਸਕਰੀਨ ਤੇ ਦੇਖੋ, ਚਾਰਟ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ। ਸੋ ਪਹਿਲੀ ਹੈ ਬੈਟਲ ਆਫ ਰਾਮਨਗਰ ਜੋ ਕਿ 22 ਸਤੰਬਰ 1848 ਦੇ ਵਿੱਚ ਹੋਏਗੀ ਰਾਮਨਗਰ ਦੇ ਵਿੱਚ। ਇਹਨੂੰ ਸ਼ੇਰ ਸਿੰਘ ਅਟਾਰੀ ਵਾਲਾ ਲੀਡ ਕਰਨਗੇ ਤੇ ਇਹ ਸਿੱਖ ਫੋਰਸਿਸ ਜਿੱਤ ਜਾਣਗੀਆਂ। ਆਫਟਰ ਦਿਸ ਬੈਟਲ ਆਫ ਚਿੱਲੀਆਂਵਾਲ ਜੋ ਕਿ 13 ਜਨਵਰੀ 1849 ਦੇ ਵਿੱਚ ਹੋਊਗੀ। ਚਿੱਲੀਆਂਵਾਲ ਜਗ੍ਹਾ ਦੇ ਵਿੱਚ ਸ਼ੇਰ ਸਿੰਘ ਅਟਾਰੀ ਵਾਲਾ ਜਿੱਤ ਜਾਣਗੇ, ਇਹਨੂੰ ਵੀ ਸਿੱਖ ਫੋਰਸਿਸ ਦੇ ਥਰੂ, ਠੀਕ ਹੈ, ਮਤਲਬ ਇਹ ਵੀ ਸ਼ੇਰ ਸਿੰਘ ਅਟਾਰੀ ਵਾਲਾ ਮਤਲਬ ਜਿੱਤ ਜਾਂਦੇ ਨੇ। ਦੈਨ ਬੈਟਲ ਆਫ ਮੁਲਤਾਨ 22 ਜਨਵਰੀ 1849 ਮੁਲਤਾਨ ਸ਼ਹਿਰ ਦੇ ਵਿੱਚ ਇਹ ਲੜਾਈ ਲੜੀ ਜਾਊਗੀ। ਮੁੱਲ ਰਾਜ ਮੇਨ ਇੱਥੇ ਲੀਡ ਕਰਨਗੇ ਲੇਕਿਨ ਇਹ ਲੜਾਈ ਬ੍ਰਿਟਿਸ਼ ਫੋਰਸਿਸ ਜਿੱਤ ਜਾਂਦੀ ਹੈ। ਦੈਨ ਬੈਟਲ ਆਫ ਗੁਜਰਾਤ 21 ਫਰਵਰੀ 1849 ਦੇ ਵਿੱਚ ਗੁਜਰਾਤ ਦੇ ਵਿੱਚ ਹੀ ਲੜੀ ਗਈ ਤੇ ਇਹਨੂੰ ਚਤੁਰ ਸਿੰਘ ਐਂਡ ਸ਼ੇਰ ਸਿੰਘ ਅਟਾਰੀ ਵਾਲਾ ਦੋਨੋਂ ਮਿਲ ਕੇ ਲੀਡ ਕਰਦੇ ਨੇ, ਬਟ ਇਹ ਲੜਾਈ ਵੀ ਬ੍ਰਿਟਿਸ਼ਰਸ ਜਿੱਤ ਜਾਂਦੇ ਨੇ ਤੇ ਇਹ 4 ਬੈਟਲ ਦਾ ਜੋ ਰਿਜ਼ਲਟ ਨਿਕਲਦਾ ਹੈ ਕਿ ਬ੍ਰਿਟਿਸ਼ਰਸ ਇਹ ਲੜਾਈ ਜਿੱਤ ਜਾਂਦੇ ਨੇ ਤੇ ਐਂਗਲੋ ਸਿੱਖ ਵਾਰ ਜੋ ਸੈਕਿੰਡ ਹੈ ਇਹ ਵੀ ਬ੍ਰਿਟਿਸ਼ਰਸ ਜਿੱਤ ਕੇ ਪੰਜਾਬ ਦੇ ਉੱਤੇ ਪ੍ਰੋਪਰਲੀ ਕੰਟਰੋਲ ਕਰ ਲੈਣਗੇ ਤੇ ਇਸ ਰੀਜਨ ਨੂੰ ਆਪਣੇ ਅੰਡਰ ਐਜ਼ ਅ ਸਟੇਟ ਡਿਕਲੇਅਰ ਕਰ ਦੇਣਗੇ। ਹੁਣ ਇੱਥੇ ਵੀ ਆਪਣਾ ਗਵਰਨਰ ਵੀ ਖੜਾ ਕਰ ਦੇਣਗੇ ਤੇ ਪ੍ਰੋਪਰਲੀ ਇਹਨਾਂ ਨੇ ਹੁਣ ਇਹਨੂੰ ਕੰਟਰੋਲ ਕਰਨਾ ਸ਼ੁਰੂ ਕਰ ਦੇਣਾ ਹੈ। ਸੋ ਇਦਾਂ ਹੀ ਹੌਲੀ ਹੌਲੀ ਪੰਜਾਬ ਵੀ ਬ੍ਰਿਟਿਸ਼ਰਸ ਦੇ ਅੰਡਰ ਆ ਜਾਂਦਾ ਹੈ ਤੇ ਪੰਜਾਬ ਵੀ ਬ੍ਰਿਟਿਸ਼ਰਸ ਦਾ ਗੁਲਾਮ ਬਣ ਜਾਏਗਾ। ਸੋ ਬ੍ਰਿਟਿਸ਼ਰ won the war and on 29th March 1849 the 10-year-old ruler of Lahore was made to sign document whereby he abdicated in favor of British and renounced his claim on the empire। ਸੋ ਪੰਜਾਬ ਦੇ ਉੱਤੇ ਬ੍ਰਿਟਿਸ਼ਰਸ ਆਪਣਾ ਕਲੇਮ ਕਰਦੇ ਨੇ
ਤੇ ਹੁਣ 1849 ਵਿਦਿਨ 10 ਇਅਰਸ ਪੰਜਾਬ ਨੂੰ ਕੌਣ ਕੈਪਚਰ ਕਰ ਲੈਂਦੇ ਆ? ਬ੍ਰਿਟਿਸ਼ਰਸ ਪ੍ਰੋਪਰਲੀ। ਜੋ ਅਫਗਾਨੀ ਰੂਲਰ ਸ਼ਾਹ ਸੂਜਾ ਤੋਂ ਕੋਹੀਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ ਸੀ, ਉਹੀ ਹੁਣ ਕੋਹੀਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੀ ਫੈਮਿਲੀ ਤੋਂ ਹੁਣ ਉਹ ਕਿਹਨਾਂ ਕੋਲ ਚਲਾ ਜਾਏਗਾ? ਬ੍ਰਿਟਿਸ਼ ਐਮਪਾਇਰ ਕੋਲ ਚਲਾ ਜਾਏਗਾ, ਜੋ ਕਿ ਅੱਜ ਵੀ ਕੁਈਨ ਐਲਿਜ਼ਾਬੈਥ ਦੇ ਕਰਾਊਨ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ। ਸੋ ਇੱਦਾਂ ਜਾ ਕੇ ਪੰਜਾਬ ਵੀ ਬ੍ਰਿਟਿਸ਼ਰਸ ਦੇ ਅੰਡਰ ਆ ਜਾਂਦਾ ਹੈ ਤੇ ਪੰਜਾਬ ਵੀ ਬ੍ਰਿਟਿਸ਼ਰਸ ਦਾ ਗੁਲਾਮ ਬਣ ਜਾਂਦਾ ਹੈ। ਸੋ ਇੱਦਾਂ ਫਾਈਨਲੀ 1849 ਆਉਂਦੇ ਆਉਂਦੇ ਬੰਗਾਲ, ਮੈਸੂਰ ਜਾਂ ਫਿਰ ਮਦਰਾਸ ਰੀਜਨ, ਮਰਾਠਾ ਤੇ ਪੰਜਾਬ ਪੂਰਾ ਬ੍ਰਿਟਿਸ਼ਰਸ ਦਾ ਗੁਲਾਮ ਹੋ ਗਿਆ। ਸੋ ਹੌਲੀ ਹੌਲੀ ਪੂਰਾ ਇੰਡੀਆ ਬ੍ਰਿਟਿਸ਼ਰਸ ਦਾ ਗੁਲਾਮ ਹੋ ਜਾਂਦਾ ਹੈ। ਸੋ ਇਹਨਾਂ ਦੇ ਅਗੇਂਸਟ 1857 ਦੀ ਲੜਾਈ ਲੜੀ ਜਾਂਦੀ ਹੈ, ਜੋ ਕਿ ਆਜ਼ਾਦੀ ਦੇ ਲਈ ਪਹਿਲੀ ਲੜਾਈ ਲੜੀ ਗਈ 1857, ਜਿਹਨੂੰ ਫਸਟ ਵਾਰ ਆਫ ਇੰਡੀਪੈਂਡੈਂਸ ਕਿਹਾ ਗਿਆ, ਜਿਹਦੇ ਵਿੱਚ ਰਾਣੀ ਲక్ష్ਮੀਬਾਈ, ਮੰਗਲ ਪਾਂਡੇ, ਤਾਤੀਆ ਟੋਪੇ, ਬਹਾਦਰ ਸ਼ਾਹ ਜ਼ਫਰ ਇੱਦਾਂ ਦੇ ਮੇਨ ਲੀਡਰਸ ਲੀਡ ਕਰਦੇ ਨੇ ਤੇ ਉਹਨਾਂ ਦੇ ਖਿਲਾਫ ਲੜਾਈ ਤੇ ਯੁੱਧ ਨੂੰ ਜਾਰੀ ਰੱਖਦੇ ਨੇ। ਇੱਥੇ ਇੱਕ ਹੋਰ ਪੁਆਇੰਟ ਮੈਂ ਦੱਸਣਾ ਚਾਹੁੰਦਾ, ਜੋ ਬੈਟਲ ਆਫ ਗੁਜਰਾਤ ਜੋ ਸੈਕੰਡ ਐਂਗਲੋ ਸਿੱਖ ਵਾਰ ਦੇ ਵਿੱਚ ਤੁਹਾਨੂੰ ਦੱਸੀ ਸੀ, ਇਸ ਬੈਟਲ ਆਫ ਗੁਜਰਾਤ ਨੂੰ ਬੈਟਲ ਆਫ ਗਨਸ ਵੀ ਕਿਹਾ ਗਿਆ। ਸੋ ਇਹ ਸਾਰੇ ਦੇ ਸਾਰੇ ਪੁਆਇੰਟ ਬਹੁਤ ਹੀ ਇੰਪੋਰਟੈਂਟ ਨੇ ਐਗਜ਼ਾਮ ਪਰਸਪੈਕਟਿਵ ਤੇ ਤੁਹਾਨੂੰ ਇਹਨਾਂ ਚੋਂ ਕੁਐਸਚਨ ਦੇਖਣ ਨੂੰ ਜ਼ਰੂਰ ਮਿਲਣਗੇ। ਸੋ ਆਈ ਹੋਪ ਤੁਹਾਨੂੰ ਪੂਰੀ ਸੀਰੀਜ਼ ਪੰਜਾਬ ਇਤਿਹਾਸ ਦੀ ਚੰਗੀ ਤਰ੍ਹਾਂ ਸਮਝ ਆਈ ਹੋਊਗੀ। ਸੋ ਥੈਂਕ ਯੂ ਐਂਡ ਹੈਵ ਅ ਨਾਈਸ ਡੇ and like, share and subscribe our YouTube channel Phoenicia Tutor and don't forget to press bell icon. Thank you and have a nice day.